ਮੁਮਤਾਜ਼ ਨਾਵਲ ਨਿਗਾਰ ਰਜ਼ੀਆ ਭੱਟ 19 ਮਈ 1924 ਨੂੰ ਰਾਵਲਪਿੰਡੀ ਦੇ ਇੱਕ ਮਤਵਸਤ ਘਰਾਣੇ ਵਿੱਚ ਪੈਦਾ ਹੋਈਆਂ। ਉਹਨਾਂ ਨੂੰ ਲਿਖਣ ਪੜ੍ਹਨ ਦਾ ਸ਼ੌਕ ਬਚਪਨ ਤੋਂ ਸੀ ਤੇ 12 ਸਾਲ ਦੀ ਉਮਰ ਵਿੱਚ ਪਹਿਲਾ ਅਫਸਾਨਾ ਲਿਖ ਡਾਲਿਆ। ਉਹਨਾਂ ਦਾ ਪਹਿਲਾ ਨਾਵਲ ਨਹੀਦ ਸੀ, ਜਿਹੜਾ 1957 ਵਿੱਚ ਛਾਇਆ ਹੋਇਆ, जबकि 1940 ਵਿੱਚ ਪਹਿਲਾ ਅਫਸਾਨਾ ਲਗਜ਼ਿਸ਼ ਮੰਜ਼ਰ-ਏ-ਆਮ ਉੱਤੇ ਆ ਗਿਆ ਸੀ। ਰਜ਼ੀਆ ਭੱਟ ਨੇ ਮੁਤਅੱਦਿਦ ਫਿਲਮਾਂ ਦੇ ਸਕਰੀਨ ਪਲੇ ਵੀ ਲਿਖੇ ਤੇ ਉਹਨਾਂ ਨੂੰ ਨਿਗਾਰ ਸਮੇਤ ਫਿਲਮ ਇੰਡਸਟਰੀ ਦੇ ਕਈ ਅਵਾਰਡ ਮਿਲ ਚੁੱਕੇ ਨੇ। ਰਜ਼ੀਆ ਭੱਟ ਹੁਣ ਤੱਕ 350 ਦੇ ਨੇੜੇ ਅਫਸਾਨੇ ਜਦਕਿ 51 ਨਾਵਲ ਤਸਨੀਫ ਕਰ ਚੁੱਕੀਆਂ ਨੇ। ਰਜ਼ੀਆ ਭੱਟ ਦੀਆਂ ਤਹਿਰੀਰਾਂ ਸਾਡੇ ਮੁਆਸ਼ਰੇ ਦੀ ਆਇਨਾਦਾਰ ਨੇ ਤੇ ਉਹਨਾਂ ਦੀ ਮੁਆਸ਼ਰੇ ਉੱਤੇ ਗਹਿਰੀ ਨਜ਼ਰ ਦਾ ਸਬੂਤ ਨੇ। ਰਜ਼ੀਆ ਭੱਟ ਨਾਲ ਅਦਬੀ ਤੇ ਮਾਲੂਮਾਤੀ ਗੱਲਬਾਤ ਕਰਨ ਉਹਨਾਂ ਦੇ ਘਰ ਪਹੁੰਚੇ। ਆਪਣੇ ਆਪ ਨੂੰ ਮਨਵਾਉਣਾ ਦੁਨੀਆ ਦਾ ਸਭ ਤੋਂ ਮੁਸ਼ਕਿਲ ਕੰਮ ਹੈ, ਲੇਕਿਨ ਇੱਕ ਖਾਤੂਨ ਦਾ ਆਪਣੇ ਆਪ ਨੂੰ ਮਨਵਾਉਣਾ ਇਹ ਕਿਸ ਹੱਦ ਤੱਕ ਔਰ ਜ਼ਿਆਦਾ ਮੁਸ਼ਕਿਲ ਕੰਮ है। तो मुश्किल काम और जिस वक्त मैं लिखना शुरू किया सी उस वक्त बहुत ही मुश्किल सी, इस वास्ते कि मैं पेशावर सा जी। और पेशावर उस वक्त औरतां जड़ियां ना दिन के वक्त बाहर नहीं सन निकलदियां और रात में भी डोलियां जांदियां सन, किधरे जाना होंदा सी और डोली दे अंदर भी बापर्दा होके बिल्कुल बापरदा हो गए। और अगर टांगे वगैरह उधरों है सन शुरू होए सन तो ਉਹਦੇ ਵਿੱਚ ਅੱਗੇ ਤੇ ਪਿੱਛੇ ਚਾਦਰਾਂ ਲੱਗਦੀਆਂ ਸਨ ਤੇ ਫਿਰ ਔਰਤਾਂ ਕੋਈ 12-12 ਗਜ਼ ਦਾ ਬੁਰਕਾ, ਅਸੀਂ ਵੀ ਪਾਏ ਨੂੰ ਬੁਰਕੇ ਪਾ ਕੇ ਤੇ ਉਹ ਬੈਠਦੀਆਂ ਸਨ ਤੇ ਫਿਰ ਕਿਧਰੇ ਜਾਂਦੀਆਂ ਸਨ। ਤੇ ਉਸ ਦੌਰ 'ਚ ਆਪਣੇ ਆਪ ਨੂੰ ਮਨਵਾਇਆ ਨਹੀਂ, ਉਸ ਦੌਰ ਵਿੱਚ ਮਤਲਬ ਮੈਂ ਆਪਣਾ ਬਚਪਨ ਦਾ ਤੁਹਾਨੂੰ ਦੱਸਦੀ ਹਾਂ ਨਾ ਕਿ ਅਸੀਂ 10-12 ਸਾਲ ਦੀ ਉਮਰ ਵਿੱਚ ਫਿਰ ਉਸ ਦੇ ਬਾਅਦ ਇੱਕ ਹੀ ਲੇਡੀ ਗ੍ਰਿਫਿਥ ਸਕੂਲ ਸੀ ਉੱਥੇ ਜਿੱਥੇ ਬਹੁਤ ਘੱਟ ਲੜਕੀਆਂ ਸਨ। और मैं बाज़ वक्त हैरान होनी है कि पठान लड़कियां बड़ियां होंदियां सन और आके हॉस्टल ही रहंदियां सन उत्थे। इस चीज़ की इजाजत उन्होंने मिल जाती सी। इतना मतलब एजुकेशन विच उन्हां नूं अवेयरनेस होनी है ते तां धीआं नूं भेजदे सन। ठीक। तो उस वक्त जेह्ड़े ना औरत दा बाहर निकलना या मिलना जुलना किधरे शॉपिंग करनी कुछ भी नहीं सी होंदा, सब मर्द करदे सन, जो कुछ करके लिया के दे दिंदे सन। बस खवातीन जड़ियां ने वो घरां च तक महदूद सन, घरां तक महदूद। या जिस तरह लड़कियां ने कुछ दिन पढ़ना, कुछ ने ज़्यादा तादाद नहीं तुहानूं दसदी पई कि जिन्होंने पढ़ना शुरू किया और गईयां स्कूलों दे विच गईयां। अच्छा। ते उस वक्त तो खैर ना लिखने का पता सी ना कुछ पढ़ने का ही सी। पढ़ने का मैं एवें कि मैं प्राइमरी से लैके FA तक सुबह सरादी टॉप करती रही हाँ। BA तक इस वास्ते नहीं पहुँची कि मेरी 3rd ईयर शादी हो गई सी। अच्छा। टॉप किया, मैडल ले काफ़ी। लेकिन ਉੱਥੋਂ ਤੇ ਇੰਜ ਲੱਗਦਾ ਹੈ ਕਿ ਤੁਹਾਨੂੰ ਆਪਣੇ ਆਪ ਨੂੰ ਮਨਵਾਉਣ ਦਾ ਇੱਕ ਜਿਸ ਤਰ੍ਹਾਂ ਚਸਕਾ ਹੁੰਦਾ ਨਾ ਕਿ ਉਹ ਚਸਕਾ ਪੈ ਗਿਆ। ਉਹ ਚਸਕਾ ਪਿਆ ਸੀ ਨਾ, ਤੁਹਾਨੂੰ ਦੱਸਣ ਲੱਗੀ ਆ ਨਾ, ਜਿਸ ਤੱਕ 10ਵੀਂ ਦੇ ਇਮਤਿਹਾਨ ਦੇ ਬਾਅਦ ਛੁੱਟੀਆਂ ਹੁੰਦੀਆਂ ਨੇ ਨਾ, ਤੇ ਉਸ ਵਕਤ ਮੈਂ ਤੇ ਮੇਰੀ ਵੱਡੀ ਸਿਸਟਰ ਖੁਦਾ ਬਖਸ਼ੀ ਫੌਤ ਹੋ ਗਏ ਨੇ। ਉਹਨਾਂ ਨੇ BA ਕੀਤਾ ਸੀ, ਲਾਹੌਰ ਆ ਕੇ BA ਕੀਤਾ ਸੀ। ਉੱਥੇ BA ਦੀਆਂ ਕਲਾਸਿਸ ਨਹੀਂ ਸਨ ਹੁੰਦੀਆਂ ਉਦੋਂ। ਉਹ ਤੇ ਮੈਂ ਇੱਕ ਦਿਨ ਐਵੇਂ ਬਸ ਉਹ ਅੱਬਾ ਜੀ ਆਪਣੇ ਰਿਸਾਲੇ ਲਿਆਉਂਦੇ ਹੁੰਦੇ ਸਨ ਪੜ੍ਹਨੇ ਵਾਸਤੇ, ਤੇ ਉਹ ਵੀ ਇਜਾਜ਼ਤ ਨਹੀਂ ਸੀ ਹੁੰਦੀ ਪੜ੍ਹਨੇ ਦੀ, ਹਾਲਾਂਕਿ ਬੜਾ ਉਹਨਾਂ ਨੂੰ ਜ਼ੌਕ ਸ਼ੌਕ ਰੱਖਦੇ ਸਨ। ਅੱਛਾ, ਇਜਾਜ਼ਤ ਪੜ੍ਹਨ ਦੀ ਵੀ ਨਹੀਂ ਸੀ ਹੁੰਦੀ ਰਿਸਾਲਿਆਂ ਨੂੰ? ਰਿਸਾਲੇ ਨਹੀਂ ਪੜ੍ਹਨੇ, ਮਤਲਬ ਸਾਨੂੰ ਜਿਹੜਾ ਕੋਈ ਖਾਸ ਚੀਜ਼ ਹੁੰਦੀ ਸੀ ਨਹੀਂ ਦੱਸਦੇ ਨਹੀਂ ਹੁੰਦੇ ਸਨ ਕਿ ਇਹ ਚੀਜ਼ ਪੜ੍ਹ ਲਓ। ਬੜੇ ਲਿਬਰਲ ਸਨ ਸਾਡੇ ਅੱਬਾ ਜੀ। ਸਾਡੇ ਤਾਏ ਚਾਚੇ ਦੀਆਂ ਧੀਆਂ ਤੇ ਕੋਈ ਵੀ ਨਹੀਂ ਪੜ੍ਹੀਆਂ ਹੋਈਆਂ ਸਨ ਉਸ ਵਕਤ, ਸਾਡੀ ਮੇਰੀ ਉਮਰ ਦੀਆਂ ਜਿਹੜੀਆਂ ਨੇ, ਕੋਈ 4 ਪੜ੍ਹੀ 5 ਪੜ੍ਹੀ ਇਸ ਤਰ੍ਹਾਂ ਕਰਕੇ ਛੋੜ। ਨਹੀਂ ਤੇ ਤੁਸੀਂ ਕੀ ਸਮਝਦੇ ਹੋ ਕਿ ਫਿਰ ਜਿਹੜਾ ਤੁਹਾਡਾ ਲਿਖਣਾ ਸੀ ਉਹ ਉਸ ਸਿਸਟਮ ਵਿੱਚ ਬਗਾਵਤ ਸੀ ਕਿਆ? बगावत कह लो या गलती कह लो या जो कुछ कह लो, मैं तो आपा ने मिल के सोचा, आपा कहते हैं कि मेरी बस उर्दू को खुदा बोलो ये अच्छी सी उर्दू। अच्छा। एक तो एक अजीब चीज़ ऐसा है कि मैंने उर्दू मेरी मिस जी सी ना 100 चों 100 नंबर देनी होंदी सी। ਉਰਦੂ 'ਚ 100 'ਚ 100 ਨੰਬਰ। ਹੁਣ ਅੱਜ ਕੱਲ੍ਹ ਤੇ ਸੋਚਿਆ ਜਾਂਦਾ ਕਿ ਆ ਜਾਂਦੇ ਨੇ, ਲੇਕਿਨ ਉਸ ਦੌਰ ਵਿੱਚ 100 'ਚ 100 ਨੰਬਰ ਆਣੇ। ਔਰ ਸਾਡੀ ਅੰਗਰੇਜ਼ ਪ੍ਰਿੰਸੀਪਲ ਹੁੰਦੀ ਸੀ, ਮਿਸ ਗ੍ਰੈਗਰੀ ਉਹਦਾ ਨਾਮ ਸੀ। ਤੇ ਮੈਂ 9th ਵਿੱਚ ਮੈਨੂੰ ਯਾਦ ਹੈ, ਮੇਰਾ ਪੇਪਰ ਹੱਥ 'ਚ ਪਕੜਿਆ ਔਰ ਬੜੀ ਟਿਪ ਟਿਪ ਕਰਦੀ ਆ ਕੇ ਕਲਾਸ ਰੂਮ ਵਿੱਚ ਆ ਕੇ, ਤੇ ਮਿਸ ਹਾਸ਼ਮੀ ਖੁਦਾ ਬਖਸ਼ੇ ਸਾਡੀ ਟੀਚਰ ਹੁੰਦੇ ਸਨ, ਤੇ ਉਹਨਾਂ ਦੇ ਅੱਗੇ ਇਸ ਤਰ੍ਹਾਂ ਪੇਪਰ ਮੇਰਾ ਸੁੱਟਿਆ। ਮੇਰਾ ਤਾਂ ਸਾਹ ਹੀ ਨਿਕਲ ਗਿਆ ਨਾ, ਡਰ ਗਈ। ਇਨਸਾਨ ਕੁਦਰਤੀ ਹੁੰਦਾ कि मेरा पेपर खास मैं अपना देख लिता उत्ते नाम शाम। तो कहती बड़ा गुस्से चो
ਟੁੱਟੀ ਭੱਜੀ ਉਰਦੂ ਵੀ ਬੋਲਦੀ ਹੁੰਦੀ ਸੀ ਉਹਦੇ। ਉਹ ਕਹਿੰਦੀ ਹੈ ਕਿ ਮਿਸ ਹਾਸ਼ਮੀ ਕਿਸ ਤਰ੍ਹਾਂ ਮੁਮਕਿਨ है, इसकी कोई गलती नहीं जे 100 नंबर देता है। उसने इतना डांटा उस बेचारी ਨੂੰ कि फिर वो नंबर चुप कटाए? चुप करके खड़े होकर सुनते रहे मिस हाशमी। जिसे को तो चुप हुई गुस्सा कर लेता कि लैंग्वेज किस तरह हो सकते 100 जिसे को चुप हुई तो कहती है काश मिस ग्रेगरी रूल होता कि मैं इस लड़की को 100 चो 150 नंबर दे सकती। बहुत खूब, बहुत खूब। तो मेरा साइज आया उसका फिर वो लेके पेपर चली गई। तो शायद मेरी उर्दू अच्छी होनी है अच्छा, सिर्फ लिखन वास्ते और लिखन विच कमाल वहाण वास्ते उर्दू दा अच्छी होना काफी है या वे कि मुशाहिदा किस कदर जरूरी है? मुशाहिदा तो उम्र नाल बेटे हुंदा है ना। मैं उदों कि 16-17 साल दे सजा तो मैं पहला लेकिन ਤੁਹਾਡੇ ਮੁਸ਼ਾਹਿਦੇ ਚ ਐਸੀਆਂ ਚੀਜ਼ਾਂ ਸਨ ਕਿ ਰਸਾਲਾ ਘਰ ਆਉਣ ਦੇ ਬਾਵਜੂਦ ਵੀ ਤੁਹਾਨੂੰ ਕਿਹਾ ਜਾਣਾ ਹੈ ਕਿ ਫਲਾਂ ਚੀਜ਼ ਤੇ ਸਿਰਫ ਤੁਸੀਂ ਪੜ ਸਕਦੇ ਹੋ ਔਰ ਖਵਾਤੀਨ ਨੂੰ ਤੁਸੀਂ ਕਿਸ ਤਰ੍ਹਾਂ ਮੂਵ ਕਰਦੇ ਆਂ ਦੇਖਦੇ ਹੋ। ਖਾਨਦਾਨ ਵਿੱਚ ਕੋਈ ਐਸੀਆਂ ਗੱਲਾਂ ਹੋ ਜਾਂਦੀਆਂ ਸਨ ਜਿਸ ਲਈ ਇਨਸਾਨ ਨੂੰ ਸਟ੍ਰਾਈਕ ਕਰਦੀਆਂ ਸਨ। ਜਿਸ ਤਰ੍ਹਾਂ ਸਤੇਲੀ ਮਾਂ ਦਾ ਮੇਰਾ ਜਿਹੜਾ ਨਾਵਲ ਪਹਿਲਾਂ ਮੈਂ ਲਿਖਿਆ ਸੀ ਜੀ, ਪਹਿਲਾ ਤਾਂ ਨਹੀਂ ਸੀ, ਦੂਸਰਾ ਨਾਵਲ ਮੈਂ ਲਿਖਿਆ ਸੀ ਸਤੇਲੀ ਮਾਂ ਦੇ ਬਾਰੇ ਕਿ ਜਿੰਨਾ ਵੀ ਪਿਆਰ ਕਰੇ ਜਿੰਨਾ ਵੀ ਕੁਝ ਹੋਵੇ ਉਹ ਆਪਣੇ ਬੱਚਿਆਂ ਦੇ ਨਾਲ ਕਿਸੇ ਨਾ ਕਿਸੇ ਵਕਤ ਜਿਹੜੀ ਹੈ ਨਾ ਥਿੜਕ ਜਾਏਗੀ ਉਸ ਗੱਲ ਤੋਂ। ਠੀਕ, ਉਹ ਮੇਰਾ ਬੜਾ ਉਸੇ ਦੇ ਉੱਤੇ ਫਿਲਮ ਵੀ ਬਣੀ ਸੀ ਔਰ ਉਸ ਦੇ ਉੱਤੇ ਬੜਾ ਉਹ ਵੀ ਹੋਇਆ ਸੀ ਐਪਰੀਸੀਏਸ਼ਨ। ਜਦੋਂ ਲਿਖਿਆ ਤੁਸੀਂ ਉਦੋਂ ਤੇ ਕੁਝ ਲੋਕ ਐਸੇ ਵੀ ਸਨ ਜਿਹੜੀਆਂ ਮੈਂ ਜੀ ਪਹਿਲੇ ਅਫਸਾਨਾ ਲਿਖਿਆ ਸੀ ਉਹ ਤੁਹਾਨੂੰ ਦੱਸਣ ਲੱਗੀ ਆ ਜਿਹੜਾ ਮਿਲ ਕੇ ਅਸਾਂ ਦੋਨੋਂ ਭੈਣਾਂ ਨੇ ਸੋਚਿਆ ਉਹ ਆਪਾਂ ਨੇ ਔਰ ਤੁਸੀਂ ਆਪਾਂ ਕਹੇ ਕਿ ਲਿਖ ਤੂੰ ਲਿਖ ਸਕਦੀ ਹੈ ਲਿਖੋ ਕਹਾਣੀ ਬਣਾਈ। ਖੈਰ ਇਹ ਜਿਹੜੀ ਕਹਾਣੀ ਜਿਹੜੀ ਬਾਅਦ ਵਿੱਚ ਨਾਇਲਾ ਨਾਵਲ ਵਿੱਚ ਆਈ ਸੀ ਨਾ ਜੀ, ਇਹ ਲਿਖੀ। ਇਸ ਫੈਮਿਲੀ ਵਿੱਚ ਇੱਕ ਵਾਕਿਆ ਇਸ ਤਰ੍ਹਾਂ ਦਾ ਹੋ ਗਿਆ ਹੈ। ਓਹੋ, ਉਸਨੇ ਕੁਝ ਸਟ੍ਰਾਈਕ ਕੀਤਾ, ਉਹ ਅਫਸਾਨਾ ਛਪਿਆ ਹੂਰ ਵਿੱਚ ਉਹਨਾਂ ਨੇ ਹੋਰ ਫਰਮਾਇਸ਼ ਕੀਤੀ। ਉਹ ਡਰਦੇ ਮਾਰੇ ਅੱਬਾ ਜੀ ਨੇ ਦੱਸਿਆ ਕਿ ਛਪ ਗਿਆ ਔਰ ਬਾਈ ਨੇਮ ਆਪਣੇ ਨਾਮ ਤੇ ਲਿਖਿਆ, ਫੇਕ ਨਾਮ ਤੇ ਅੱਗੇ ਲਿਖ ਦਿਆ। ਲੇਕਿਨ ਜਿਸੇ ਕਤੱਬਾ ਜੀ ਨੂੰ ਪੜਾਇਆ ਉਹਨਾਂ ਨੇ ਪੜਿਆ ਤੇ ਮੈਨੂੰ ਹਾਲੇ ਤੱਕ ਯਾਦ ਹੈ 5 ਰੁਪਏ ਦਾ ਨੋਟ ਕੱਢ ਕੇ ਮੈਨੂੰ ਇਨਾਮ ਦਿੱਤਾ। ਅੱਛਾ, ਔਰ ਜ਼ਿੰਦਗੀ ਚ ਉਸ ਇਨਾਮ ਦੀ ਤੁਹਾਡੀ ਕਿੰਨੀ ਅਹਿਮੀਅਤ ਹੈ ਉਸ ਇਨਾਮ ਤੁਹਾਨੂੰ ਦੱਸਦੀ ਹੈ ਨਾ ਕਿ ਉਸ ਦੇ ਨਾਲ ਕਿਤਨੀ ਐਨਕਰੇਜਮੈਂਟ ਮੈਨੂੰ ਮਿਲੀ, ਕਿਤਨੀ ਮੈਨੂੰ ਅੰਦਰ ਦੀ ਚੀਜ਼ ਜਾਗੀ ਜਿਸ ਨੂੰ ਕਹਿਣਾ ਚਾਹੀਦਾ ਕਿ ਲਿਖਣਾ। ਔਰ ਮੇਰਾ ਖਿਆਲ ਹੈ ਉਹ ਇਨਾਮ ਜਿਹੜਾ ਇਸ ਚੀਜ਼ ਦੀ ਉਹ ਹਰੀ ਝੰਡੀ ਉਹਨਾਂ ਨੇ ਦਿੱਤੀ ਕਿ ਤੁਸੀਂ ਆਇੰਦਾ ਵਾਸਤੇ ਲਿਖ ਸਕਦੇ ਹੋ। ਠੀਕ, और बड़ी फिर पता लगा कि अब्बा जी जाके अपने दोस्तों ने सुनाया मेरा अफसाना। फिर उस दे नाल फिर हिम्मत बढ़ी, कुछ लिखना शुरू कर दिता। फिर अच्छा, इस तो बाद हुन की होया कि तुसी ਐਲਾਨੀਆ ਤੌਰ ਤੇ ਲਿਖਣਾ ਸ਼ੁਰੂ ਕਰ ਦਿੱਤਾ ਔਰ ਖਾਨਦਾਨ 'ਚ ਮਸ਼ਹੂਰ ਹੋ ਗਿਆ ਕਿ ਤੁਸੀਂ ਹੁਣ ਲਿਖ ਰਹੇ ਹੋ ਜਾਂ ਸਿਰਫ ਘਰ ਤੱਕ ਮਹਿਦੂਦ? ਇੱਕ ਅਫਸਾਨਾ ਵਾਲੀ ਲਿਖਿਆ ਸੀ ਨਾ ਤੇ ਉਹਦੇ ਬਾਅਦ 42 ਚੌਥੇ ਤਹਿਰੀਕ ਪਾਕਿਸਤਾਨ ਸ਼ੁਰੂ ਹੋ ਗਈ ਸੀ ਪੇਸ਼ਾਵਰ ਵਿੱਚ ਜੀ। ਔਰਤਾਂ ਦੀ ਬ੍ਰਾਂਚ ਵੀ ਇਹ ਵੀ ਮੈਨੂੰ ਬੜਾ ਫਖਰ ਹੈ ਕਿ ਸਾਡੇ ਘਰ 'ਚ ਸ਼ੁਰੂ ਹੋਈ ਸੀ। ਉਹ ਫਿਰ ਉਸ ਪਾਸੇ ਲੱਗ ਪਈਆਂ ਸੀ ਸਾਰੀਆਂ। ਮੇਰੀ ਭੈਣ ਨੇ ਵੀ ਇਹ ਤੁਹਾਨੂੰ ਦੱਸਣਾ ਲੋਰਵਾ ਕੀਤਾ ਸੀ। ਇਹਨਾਂ ਦੀ ਪ੍ਰਿੰਸੀਪਲ ਜਿਹੜੇ ਸਨ ਫਾਤਮਾ ਬੇਗਮ, ਉਹ ਕਾਇਦ ਆਜ਼ਮ ਦੇ ਦਸਤੇ ਰਾਜ਼ ਸਨ। 4 ਬੰਦੇ ਸਨ ਜਿਨ੍ਹਾਂ 'ਚ ਇੱਕ ਫਾਤਮਾ ਬੇਗਮ ਸਨ। ਸਹੀ। ਤੇ ਉਹ ਅਕਸਰ ਪਿਸ਼ਾਵਰ ਆਉਂਦੇ ਹੁੰਦੇ ਸਨ ਤੇ ਸਾਡੇ ਘਰ ਹੀ ਠਹਿਰਦੇ ਸਨ। ਤੇ ਇੱਕ ਦਿਨ ਐਵੇਂ ਕਹਿੰਦੇ ਨਹੀਂ ਕੁੜੀਆਂ ਤੁਸੀਂ ਵਿਹਲੀਆਂ ਫਿਰਦੀਆਂ ਰਹਿੰਦੀਆਂ ਤੇ ਮੁਸਲਿਮ ਲੀਗ ਦਾ ਕੋਈ ਕੰਮ ਕਰੋ। ਅਸੀਂ ਸਾਰੀਆਂ ਕੁੜੀਆਂ ਨਾਲ ਉਹਨਾਂ ਨੂੰ ਕੁੱਟਦੇ ਹੁੰਦੇ ਸਨ, ਮੋਟੇ ਸਨ ਬੜੇ। ਅੱਛਾ, ਨਾਲ ਕੁੱਟਦੇ ਸਨ ਜਿਸ ਤਰ੍ਹਾਂ ਕਹਾਣੀਆਂ ਸੁਣੀ ਦੀਆਂ ਨਾ ਇਸ ਤਰ੍ਹਾਂ ਅਸੀਂ ਉਹਨਾਂ ਕੋਲੋਂ ਸੁਣਿਆ। ਅੱਛਾ, ਉੱਥੇ ਹੀ ਫਿਰ ਉਹਨਾਂ ਨੇ ਕਿਹਾ ਕਿ ਸਾਰੀਆਂ ਸਹੇਲੀਆਂ ਆਪਣੀਆਂ ਦੀਆਂ ਮਾਵਾਂ ਨੂੰ ਬੁਲਾਓ। ਉਹਨਾਂ ਨੇ ਸਾਰਿਆਂ ਨੂੰ ਬੁਲਾਇਆ, ਇੱਕ ਛੋਟਾ ਜਿਹਾ ਜਲਸਾ ਕੀਤਾ ਸੀ ਇਸਲਾਮੀਆ ਸਕੂਲ ਵਿੱਚ ਜੀ। ਉਹਦੇ ਵਿੱਚ ਉਹਨਾਂ ਨੇ ਅਹੁਦੇ ਦਿੱਤੇ। ਮੈਨੂੰ ਪ੍ਰੋਪੇਗੈਂਡਾ ਸੈਕਟਰੀ ਬਣਾਇਆ, ਆਪਾਂ ਨੂੰ ਸੈਕਟਰੀ ਬਣਾਇਆ ਤੇ ਇਸ ਤਰ੍ਹਾਂ ਲੇਡੀ ਮੀਰ ਅਹਿਮਦ ਸਨੀ। ਮਤਲਬ ਤੁਸੀਂ ਮਤਲਬ ਸਿਆਸੀ ਤੌਰ ਤੇ ਥੋੜੇ ਸਾਰੇ ਐਕਟਿਵ ਹੋ ਗਏ ਤੁਸੀਂ? ਬਸ ਉਹ ਫਿਰ ਲਿਖਣਾ ਮੈਂ ਭੁੱਲ ਗਿਆ ਨਾ ਉਸ ਵਕਤ। ਉਹਦੇ ਬਾਅਦ ਫਿਰ ਇਸ ਦੇ ਵਿੱਚ 2-3 ਸਾਲ ਮਤਲਬ 46 ਵਿੱਚ ਮੇਰੀ ਸ਼ਾਦੀ ਹੋਈ ਸੀ ਨਾ। ਉਹ ਅਸੀਂ ਮੁਸਲਿਮ ਲੀਗ ਦਾ ਜਿਤਨਾ ਕੰਮ ਕੀਤਾ ਉਹ ਤਾਂ ਇੱਕ ਅਲੱਗ ਹੀ ਮੌਜੂ ਹੈ। ਅਗਰ ਤੁਸੀਂ ਤੇ ਫਿਰ ਜਿਹੜਾ ਤੁਹਾਡਾ ਇੰਟਰਵਿਊ ਆਇਆ ਆਲ ਇੰਡੀਆ ਰੇਡੀਓ ਪਿਸ਼ਾਵਰ ਤੋਂ, ਉਹ ਕਿਸ ਸਿਲਸਿਲੇ ਦੀ ਕੜੀ ਸੀ? ਉਹ ਬਸ ਇਸੇ ਇਧਰ ਹੀ ਅਫਸਾਨਾ ਜਿਹੜਾ ਲਿਖਿਆ ਸੀ ਤੇ ਹੋਰ ਲਿਖੋ। ਅੱਛਾ, ਹਾਂਜੀ। ਤੇ ਬਕਾਇਦਾ ਇਜਾਜ਼ਤ ਮਿਲ ਗਈ ਸੀ ਰੇਡੀਓ ਦੇ ਉੱਤੇ ਇੰਟਰਵਿਊ ਦੇਣ ਜਾਣ ਵਾਸਤੇ? ਦੇਣੇ ਨਹੀਂ, ਉਹ ਵਿਚਾਰੀ ਲੈ ਕੇ ਆਈ ਸੀ। ਉਹ ਵੀ ਸਾਡੀ ਮਿਲਣ ਵਾਲੀ ਸੀ। ਜਿਹੜਾ ਸਾਰਾ ਆਪਣਾ ਜਿਸ ਤਰ੍ਹਾਂ ਤੁਸੀਂ ਆਪਣੇ ਲੈ ਕੇ ਬੰਦੋਬਸਤ ਕਰਕੇ ਇਸ ਤਰ੍ਹਾਂ ਆਈ ਸੀ ਘਰ ਆ ਕੇ ਕੀਤਾ ਸੀ, ਇੰਟਰਵਿਊ ਕੀਤਾ ਸੀ। ਉਹਦੇ ਇੱਕ ਛੋਟਾ ਜਿਹਾ ਇੰਟਰਵਿਊ ਸੀ ਲੇਕਿਨ ਉਸ ਦੇ ਨਾਲ ਵੀ ਇਨਸਾਨ ਕਿਸ ਤਰ੍ਹਾਂ ਇਨਕਰੇਜ ਹੁੰਦਾ ਜਾਂਦਾ ਹੈ ਨਾ ਇਸ ਤਰ੍ਹਾਂ ਦੀ ਅਗਰ ਮਿਲਦੀ ਹੈ ਐਪਰੀਸੀਏਸ਼ਨ ਮਿਲਦੀ ਹੈ ਜਾਂ ਕਿਧਰੋਂ ਕੋਈ ਮਤਲਬ ਪੁਸ਼ ਕਰਦਾ ਹੈ
ਅੱਬਾ ਜੀ ਨੇ ਬੜਾ ਫਿਰ ਇਸ ਗੱਲ ਤੋਂ ਕੀਤਾ ਅੱਗੇ ਸਾਨੂੰ, ਲੇਕਿਨ 3 ਸਾਲ ਵਿੱਚ ਮੈਂ ਫਿਰ ਬਿਲਕੁਲ ਇੱਕ ਲਫ਼ਜ਼ ਵੀ ਨਹੀਂ ਲਿਖਿਆ ਉਸ ਅਫਸਾਨੇ ਦੇ ਬਾਅਦ, ਇਸ ਵਾਸਤੇ ਕਿ 3 ਸਾਲ ਮੁਸਲਿਮ ਲੀਗ ਤਹਿਰੀਕ ਪਾਕਿस्तान ਵਿੱਚ ਅਮਲਨ ਹਿੱਸਾ ਲਿੱਤਾ। ਠੀਕ। तो वो फिर असी सारा वक्त असी होंदे सन या सड़क होंदियां सन, जलसे होंदे सन, जलूस होंदे सन, और इसे दे विच सानू कायदे आज़म नाल मैं असी लड़कियां सारियां फातिमा बेगम एक दिन कहंदे कि कायदे आज़म ही आए सन पहली और आखिरी दफ़ा पेशावर। अच्छा। ते तुसी देखना कायदे आज़म नू, असी सारे तैयार बिल्कुल के सानू ले जाओ। वो फिर सानू ले गए उत्थे सारे नाल उन्हां दे सारे नवाब ममदोड़ ते दूसरे तीसरे जितने बड़े बड़े लीडर सन सारे आए हुए सन। ਅਸੀਂ ਫਿਰ ਗਏ ਕਾਇਦੇ ਆਜ਼ਮ ਇਸ ਤਰ੍ਹਾਂ ਲੈ ਕੇ ਅਸੀਂ ਜਾ ਕੇ ਬੈਠ ਗਏ ਕਾਲੀਨ ਦੇ ਉੱਤੇ ਜਿੱਥੇ ਠਹਿਰੇ ਹੋਏ ਸਨ, ਪ੍ਰਾਈਵੇਟ ਕਾਰ ਵਿੱਚ ਠਹਿਰੇ ਹੋਏ ਸਨ ਨਾ ਉਸ ਵਕਤ ਜੀ। तो वो अंदरों निकले, भाई क्या कहने उस शख्सियत दे आज तक नहीं भूल सकती ना, उससे लंबे गोरे चिट्टे, और मैं कहनी उन्होंने दी अखां पता नहीं की चीज़ से इंज लगता जिस दे वाल देखते हैं उहदे दिल दा हाल पे पढ़दे। ਇਹ ਚੀਜ਼ ਮੈਂ ਨੋਟ ਕੀਤੀ ਤੇ ਮੈਂ ਆ ਕੇ ਫਾਤਮਾ ਬੇਗਮ ਉਹਨੇ ਕਿਹਾ ਕਿ ਖਾਲਾ ਜੀ ਇੰਜ ਲੱਗਦਾ ਸੀ ਜਿਸ ਤਰ੍ਹਾਂ ਸਾਡੇ ਦਿਲ ਦਾ ਹਾਲ ਪੇ ਪੜਦੇ। ਉਹਨਾਂ ਨੇ ਮੈਨੂੰ ਬੜਾ ਪਿਆਰ ਤੇ ਵਾਕਈ ਉਹਨਾਂ ਨੇ ਪਾਕਿਸਤਾਨ ਦੇ ਹਾਮੀ ਲੋਕਾਂ ਦੇ ਦਿਲਾਂ ਦਾ ਹਾਲ ਪੜਿਆ ਤੇ ਉਹਨਾਂ ਨੇ ਫਿਰ ਮੁਲਕ ਇਸ ਰੱਖ ਕੀਤਾ ਨਾ। ਸਹੀ ਸਾਡੀ ਉਸ ਦਿਨ ਖੁਸ਼ੀ ਦੀ ਇੰਤਹਾ ਨਹੀਂ ਸੀ ਜਿਸ ਦਿਨ ਅਸੀਂ ਕਾਇਦੇ ਆਜ਼ਮ ਨੂੰ ਮਿਲ ਕੇ ਐਸਾ। ਵਾਹ। ਫਿਰ ਇਸੇ ਤਰ੍ਹਾਂ ਕੰਮ ਬੜਾ ਕੀਤਾ। ਉਹ ਤੇ ਲੰਮੇ ਕਿਸਮ ਜਿਸ ਤਰ੍ਹਾਂ ਸਾ ਪਿਸ਼ਾਵਰ ਜਿਹੀ ਜਗ੍ਹਾ ਦੇ ਉੱਤੇ 12 ਗਜ਼ ਦਾ ਸਿਰ ਤੇ ਬੁਰਕਾ ਹੁੰਦਾ ਸੀ, ਜਲੂਸ ਕੱਢਦੇ ਸਾਂ ਥੱਕ ਜਾਂਦੇ ਤੇ ਉਹ ਬੁਰਕੇ ਦੀ ਉਸ ਜਾਲੀ ਚੋਂ ਜਿੰਨੀ ਦੁਨੀਆ ਨਜ਼ਰ ਆਂਦੀ ਸੀ ਉਹ ਦੁਨੀਆ ਕਿਆ ਕਾਫੀ ਹੁੰਦੀ ਸੀ ਦੇਖਣ ਵਾਸਤੇ? ਰਸਤਾ ਹੀ ਦੇਖਣਾ ਹੁੰਦਾ ਸੀ ਨਾ। ਥੱਕ ਜਾਂਦੇ ਸਾਂ ਤੇ ਪੈਰਾਂ 'ਚ ਜੁੱਤੀਆਂ ਲਾ ਕੇ ਹੱਥ 'ਚ ਫੜ ਲੈਂਦਾ ਸੀ। ਤੁਸੀਂ ਸੋਚੋ ਪਿਸ਼ਾਵਰ ਦੀਆਂ ਸੜਕਾਂ ਤੇ ਅਸੀਂ ਨੰਗੇ ਪੈਰੀ ਜਲੂਸ ਕੱਢਦੇ ਸਾਂ, ਨਾਰੇ ਮਾਰ ਰਹੇ ਹਨ ਔਰਤਾਂ ਸਾਂ ਨਾਲ, ਔਰਤਾਂ ਨੂੰ ਫਿਰ ਘਰਾਂ 'ਚੋਂ ਕੱਢਿਆ ਨਾ। ਅੱਛਾ 46 ਵਿੱਚ ਫਿਰ ਤੁਹਾਡੀ ਸ਼ਾਦੀ ਕਰ ਦਿੱਤੀ ਗਈ 1946 ਵਿੱਚ? ਮੇਰੀ ਫਰਵਰੀ 46 'ਚ ਸ਼ਾਦੀ, ਮੇਰੀ ਅਸਲ 'ਚ ਮੰਗਣੀ ਹੋਈ ਸੀ 10ਵੀਂ ਦੇ ਬਾਅਦ ਹੀ। ਤੇ ਮੇਰੀ ਸ਼ਾਦੀ ਹੋ ਗਈ ਤੇ ਮੈਂ ਚਲੀ ਗਈ ਸਾਂ, ਫਿਰ ਅੰਬਾਲੇ ਚਲੀ ਗਈ ਸਾਂ। ਅੱਛਾ ਪਤਾ ਸੀ ਤੁਹਾਡੇ ਮੀਆਂ ਨੂੰ ਕਿ ਇੱਕ ਤਖਲੀਕ ਕਰ ਦਿੱਤੀ ਗਈ ਹੋਈ ਹੈ 4-5 ਸਾਲ ਪਹਿਲੇ, ਔਰ ਇਸ ਤਰ੍ਹਾਂ ਉਹ ਤੁਹਾਡੇ ਨਾਂ ਨਾਲ ਛਪੀ ਹੈ? ਹਾਲਾਂਕਿ ਉਸ ਦੌਰ ਵਿੱਚ ਫਰਜ਼ੀ ਨਾਵਾਂ ਨਾਲ ਖਵਾਤੀਨ ਛਪਵਾਉਂਦੀਆਂ ਸਨ ਆਪਣੀਆਂ ਤਖਲੀਕਾਤ। ਬਿਲਕੁਲ ਛਪਵਾਉਂਦੀਆਂ ਸਨ। ਅਸਲੀ 'ਚ ਮੇਰੇ ਸੁਸਰ ਜਿਹੜੇ ਸਨ ਆਰਮੀ ਮੇਜਰ ਸਨ ਉਦੋਂ, ਉਹ ਬੜਾ ਅਪਰੀਸ਼ੀਏਟ ਉਹ ਇਹਨੇ ਫੁੱਲੇ ਨਹੀਂ ਸਨ ਸਮਾਉਂਦੇ ਕਿ ਮੇਰੀ ਨੂੰਹ ਨੇ ਲਿਖਿਆ ਅਫਸਾਨਾ। ਇਸ ਲਿਹਾਜ਼ ਨਾਲ ਤੁਸੀਂ ਖੁਸ਼ਕਿਸਮਤ ਸੋ ਕਿ ਮਤਲਬ ਬਿਲਕੁਲ ਕਿ ਨਾ ਸਿਰਫ ਇਹ ਕਿ ਖਵਾਤੀਨ ਤੁਹਾਨੂੰ ਐਪਰੀਸ਼ੀਏਟ ਕਰ ਰਹੀਆਂ ਨੇ ਬਲਕਿ ਮਰਦ ਤੁਹਾਨੂੰ ਹੋਰ ਅੱਗੇ ਵਧਣ ਵਾਸਤੇ ਹੌਸਲਾ ਦੇ ਰਹੇ। ਵਾਸਤੇ ਹੌਸਲਾ ਮੈਨੂੰ ਮਿਲਿਆ ਮਰਦਾਂ ਕੋਲ, ਮੇਰੇ ਵਾਲਿਦ ਮਰਹੂਮ ਕੋਲੋਂ ਮਿਲਿਆ, ਸੁਸਰ ਮਰਹੂਮ ਕੋਲੋਂ ਮਿਲਿਆ, ਉਹਨਾਂ ਕੋਲੋਂ ਵੀ। ਤੇ ਫਿਰ ਖੈਰ ਮੈਂ ਅੰਬਾਲੇ ਚਲੇ ਗਏ ਸਾਂ, ਉੱਥੋਂ ਸਿੱਖ ਸਾਦੇ ਆ ਤੋਂ ਫਿਰ ਜਦੋਂ ਬਿਲਕੁਲ ਖਾਨਾ ਜੰਗੀਆਂ ਸ਼ੁਰੂ ਹੋ ਗਈਆਂ ਸੋ ਖੂਨ ਖਰਾਬੇ ਚੋਂ ਕਿਸੇ ਨੂੰ ਉਮੀਦ ਨਹੀਂ ਸੀ ਅਸੀਂ ਜ਼ਿੰਦਾ ਵਾਪਸ ਆਵਾਂਗੇ। ਤੋ ਖੂਨ ਦੀਆਂ ਪਲੜੀਆਂ ਟ੍ਰੇਨਾਂ ਜਿਸ ਤਰ੍ਹਾਂ ਆ ਰਹੀਆਂ ਸੋ ਉਹਦੇ 'ਚ ਅਸੀਂ ਵਾਪਸ ਆਏ ਸਾਂ। ਉਸ ਦੇ ਬਾਅਦ ਸਾਡੀ ਪੋਸਟਿੰਗ ਸਿਆਲਕੋਟ ਹੋਈ। ਸਿਆਲਕੋਟ ਸੀ ਪਿਸ਼ਾਵਰ ਫਿਰ ਜਿਸ ਵਕਤ ਪੋਸਟਿੰਗ ਹੋਈ ਇਹਨਾਂ ਤੇ ਰੇਡੀਓ ਵਾਲਿਆਂ ਨੂੰ ਪਤਾ ਲੱਗਾ ਕਿ ਰਜ਼ੀਆ ਨਿਆਜ਼ ਪਹਿਲੇ ਸਾਨੂੰ ਮੈਂ ਅੱਛਾ ਤੇ ਰਜ਼ੀਆ ਬਾਟੋ ਭਾਈ ਉਹਨਾਂ ਨੇ ਅਪਰੋਚ ਕੀਤਾ ਕਿ ਲਿਖੋ। ਉਹਨਾਂ ਨੂੰ ਯਾਦ ਸੀ ਬਸ ਕਿਸੇ ਕੋਲੋਂ ਛੋਟਾ ਜਿਹਾ ਸੀ ਨਾ ਪਿਸ਼ਾਵਰ ਐਡਾ ਵੱਡਾ ਹੁਣ ਤੇ ਬਹੁਤ ਫੈਲ ਗਿਆ ਹੈ ਨਾ, ਉਦੋਂ ਇੰਨਾ ਜ਼ਿਆਦਾ ਵੀ ਨਹੀਂ ਸੀ ਕੋਈ ਵਾਕਫ ਹੋਣਾ ਵੀ ਜਿਸ। ਫਿਰ ਉਹਨਾਂ ਨੇ ਅਪਰੋਚ ਕੀਤਾ ਤਾਂ ਉਹਨਾਂ ਨੇ ਅਪਰੋਚ ਕੀਤਾ ਕਿ ਸਾਡੇ ਵਾਸਤੇ ਤੁਸੀਂ ਕੁਝ ਲਿਖੋ। ਉਹ ਫਿਰ ਮੈਂ ਉਹਨਾਂ ਵਾਸਤੇ ਡਰਾਮਾ ਇੱਕ ਲਿਖਿਆ। ਉਹ ਡਰਾਮਾ ਬੜਾ ਕਾਮਯਾਬ ਹੋਇਆ। ਉਸ ਵਕਤ ਲਿਖਣੇ ਵਾਲੇ ਵੀ मतलब इतने ज़्यादा नहीं सन, लेकिन सैयद इम्तियाज़ अली ताज और दूसरे कौन सा उन्होंने नाम भूल गया, पितरस बुखारी वगैरह ये बड़ी बड़ी शख्सियत सन जड़ियां दिल्ली तो इधर उधर लिखदी। ते खवातीन विचों कौन लिखन वालियां सन उस दौर विच? उस दौर विच इम्तियाज़ सी इस्मत चगुताई सी और हाजरा मसरूर ते दोनों भैणां सन जी। और बस इस चांदी नाम कुरतुल नैन हैदर सन। कुरतुल नैन हैदर दा ते बिल्कुल एक अलग ही मुकाम समझो बिल्कुल हाँ जी ਉਹਨਾਂ ਦਾ। ਤੇ ਇਹ ਚਾਂਦੀ ਔਰਤਾਂ ਲਿਖਣੇ ਵਾਲੀ ਸਨ। ਉਹ ਵੀ ਇੱਧਰ ਦੀਆਂ ਪਿਸ਼ਾਵਰ ਵਿੱਚ ਕੋਈ ਨਹੀਂ ਸੀ ਲਿਖਣੇ ਵਾਲੀ, ਇਹ ਸਾਰੀਆਂ ਪੰਜਾਬ ਔਰ ਯੂਪੀ ਤੇ ਇੱਧਰ ਉੱਧਰ ਦੀਆਂ ਲਿਖਣੇ ਵਾਲੀਆਂ ਸਨ। ਅੱਛਾ, ਤੁਹਾਡੇ ਜ਼ਿਹਨ ਤੇ ਉਹ ਜਿਹੜਾ ਤੁਸੀਂ ਅੰਬਾਲੇ ਤੋਂ ਪਾਕਿਸਤਾਨ ਦਾ ਸਫ਼ਰ ਕੀਤਾ, ਉਸ ਸਫ਼ਰ ਦੇ ਦੌਰਾਨ ਜਿਹੜੀਆਂ ਮੁਸ਼ਕਿਲਾਤ ਆਈਆਂ ਔਰ ਹੁਣ ਜਿਸ ਤਰ੍ਹਾਂ ਤੁਸੀਂ ਦੇਖਿਆ ਮਸਾਇਲ ਜਿਹੜੇ ਦੇਖੇ, ਉਹ
ਤਹਿਰੀਰਾਂ ਉੱਤੇ ਕਿਸ ਕਦਰ ਆ ਸਕੇ ਜਾਂ ਤੁਸੀਂ ਮਤਲਬ ਇਰਾਦਤਨ ਉਹਨਾਂ ਨੂੰ ਆਪਣੀਆਂ ਤਹਿਰੀਰਾਂ 'ਚ ਨਹੀਂ ਆਉਣ नहीं ਦਿੱਤਾ? जी, मैंने पूरा बानो नावल लिखा है। मेरा बानो नावल सारी जितनी तगोदो शुरू किस तरह ਕੀਤੀ ਸੀ, ਕਿਸ ਤਰ੍ਹਾਂ ਅੰਬਾਲੇ ਸੀ, ਫਿਰ ਅਸੀਂ ਵਾਪਸ ਆਏ ਸਾਂ, ਫਿਰ ਕਿਸ ਤਰ੍ਹਾਂ ਲੋਕਾਂ ਨੂੰ ਆਬਾਦ ਕੀਤਾ ਸੀ ਜਿਹੜੇ ਉੱਥੋਂ ਮਹਾਜਰ, ਸਾਰਾ ਮੇਰੇ ਤੋਂ ਬਾਨੋ ਦਾ ਬੜਾ ਪਪੂਲਰ ਨਾਵਲ ਹੋਇਆ ਸੀ ਮੇਰਾ। ਕਿੰਨੇ ਅਰਸੇ 'ਚ ਮੁਕੰਮਲ ਕੀਤਾ ਤੁਸੀਂ ਇਹ ਨਾਵਲ? ਮੇਰੇ ਖਿਆਲ ਮੇਰਾ ਕੋਈ ਸਾਲ ਹੀ ਲੱਗ ਜਾਂਦਾ ਹੁੰਦਾ ਸੀ ਇੱਕ ਨਾਵਲ ਵਿੱਚ, ਇਸ ਵਾਸਤੇ ਕਿ ਨਾਲ ਫਿਰ ਬੱਚੇ ਵੀ ਹੋ ਗਏ, ਘਰਦਾਰੀ ਵੀ ਹੋ ਗਈ, ਕਦੀ ਜਲਦੀ ਵੀ ਲਿਖਿਆ ਜਾਂਦਾ ਸੀ, ਕਦੀ ਸਾਲ ਲੱਗ ਜਾਂਦਾ ਸੀ, ਇਸ ਤਰ੍ਹਾਂ ਹੁੰਦਾ ਸੀ। ਬਾਨੋ ਤੇ ਮੇਰਾ ਬਹੁਤ ਹੀ ਮਸ਼ਹੂਰ ਹੋਇਆ ਸੀ, ਲੋਕ ਪੜ੍ਹ ਕੇ ਰੋਂਦੇ ਸਨ ਔਰ ਮੈਂ ਖੁਦ ਲਿਖਦੀ ਸਾਂ ਤਾਂ ਰੋਂਦੀ ਸਾਂ, ਇਸ ਵਾਸਤੇ ਕਿ ਸਾਰੇ ਮੇਰੇ ਚਸ਼ਮਦੀਦ ਵਾਕਿਆਤ ਸਨ ਜਿਹੜੇ ਮੈਂ ਲਿਖੇ। ਔਰ ਤੁਹਾਡੀਆਂ ਤਖਲੀਕਾਤ ਵਿੱਚ ਬਹੁਤ ਸਾਰੇ ਐਸੇ ਜਿਹੜੇ ਤੁਹਾਡੇ ਮੁਸ਼ਾਹਿਦੇ 'ਚ ਚੀਜ਼ਾਂ, ਤੁਹਾਡੇ ਐਕਸਪੀਰੀਅੰਸ 'ਚ ਚੀਜ਼ਾਂ ਰਹੀਆਂ ਨੇ। ਸਾਰੀਆਂ ਤਹਿਰੀਕੇ ਪਾਕਿਸਤਾਨ ਤੋਂ ਲੈ ਕੇ ਪਾਕਿਸਤਾਨ ਬਣਨੇ ਤੱਕ ਮੈਨੂੰ ਇਤਨਾ ਅਫਸੋਸ ਹੈ ਕਿ ਜਦੋਂ ਅਨਾਉਂਸ ਹੋਇਆ ਸੀ ਪਾਕਿਸਤਾਨ ਦਾ, ਉਹ ਮੈਂ ਇੱਥੇ ਨਹੀਂ ਸਾਂ, ਅੰਬਾਲੇ ਸਾਂ। ਠੀਕ। ਪਰ ਸਾਨੂੰ ਦੂਸਰੇ ਦਿਨ ਪਤਾ ਲੱਗਾ ਸੀ ਕਿ ਪਾਕਿਸਤਾਨ ਬਣ ਗਿਆ। ਤੇ ਫਿਰ ਉੱਥੋਂ ਆਏ ਸਭ ਜਿਸ ਮੁਸੀਬਤਾਂ ਨਾਲ ਆਇਆ, ਉਹ ਸਾਰੀਆਂ ਬਾਨੋਂ ਦੇ ਵਿੱਚ ਮੈਂ ਇੱਕ ਕਿਰਦਾਰ ਫਰਜ਼ੀ ਕਹਿ ਲਓ ਜਾਂ ਅਸਲੀ ਸਨ ਉਹੀ ਲੋਕ ਜਿਹੜੇ ਸਨ। तो बड़ा मेरा पॉपुलर होया नावल, बहुत लोगों ने पसंद किया। अच्छा, इस तो इलावा तुसी किन्ना किन्ना मौजूआत ते लिखिया, माशरती मौजूआत तो हट के थोड़ा? बाद जितना मेरे सामने कोई चीज़ आई है, जिस गल ने मैंने अपील किया, मेरे लिखने की आदत ऐसी कि अगर एक मैंने मौजू मिल गया ना तो मैं उसनू पूरा कहानी का रूप दे के, या नावल लिखना है तो नावल का रूप दे के, चैप्टर वाइज जब तक ज़हन ही तैयार नहीं सा कर लेनी होंदी मैं लिख नहीं सा सकती। पहले खाका तैयार होता था, हर चीज खाका भी हर चीज़, हत्ता के कोई खूबसूरत जुमले लिखने ने ना ज़हन च आ गया, मैं फटाफट रजिस्टर पर लिख लेंदी होंदी सा कि मैं किस जगह तो फिट कर रहा। उसके बाद मैं उसनू लिखती सा जिस वक्त पूरा तैयार हो जाना सी, तसल्ली मैनू हो जाती सी कि ठीक है तैयार हो गया। अच्छा। ज़हन दे उसके बाद फिर मेरा वास्ते लिखना मुश्किल नहीं सी होता। कई दफ़ा होता सी नावल लिखे या तो 2 महीने गैप आ गया, कोई कम पै गया, कुछ नहीं लिखा, तो अज तक अल्लाह का फजल है किसी ने नहीं किया कि विच कोई चोल आया है या कोई लगता है कि विच कट्टी हुई चीज़ है। अच्छा, नहीं लोगों को नहीं महसूस होया कि चोल आया, लेकिन तुसी कदी महसूस किया कि फलां जगह ते चोल आ गया? नहीं, मैं तो बिल्कुल इस तरह होंदा सी कि एक उतारनी है चीज़, नकल करनी है, बस ज़हन दे चो कट के नकल करनी। ये भी कोई खुदादार चीज़ सी, मैंने तो आप ही समझ नहीं आती कि चैप्टर वाइज एडे मोटे नावल याद रखने या उन्होंने विच की लिखना है की नहीं लिखना, फलाना जुमला कितने फिट करना है, तो खुदादार की चीज़ है। मैं तो कहनी हाँ मेरी तो इस कोई बहादरी नहीं। पहला नावल सी तुहाडा नाहीद जी, आखिरी सी नासूर जी। एक ते वे कि दोवां दे नाम नून तो शुरू होंदा ते नाहीद तो नासूर तक दे सफर विच कुछ रावां च कांटे आए होने ने, ओ कंडे किस तरह चुने, हत्थ किन्ने जख्मी होए उन्हां कंडियां नूं चुनन वास्ते, ते उन्हां कंडियां नूं चुनन विच तुहाडे नाल होर कौन कौन सी? मैनूं कोई मुश्किल दे पेश नहीं आई, बस वो तो मैं सोचदी हां ना, बस यही है कि बच्चे सन, बच्चों के नाल मतलब 5 मेरिया बेटियां बल्कि 6 हुई, एक फौत हो गई सी। बच्चे मतलब पैदा होने, उन्होंने पालना, उन्होंने नाल संभालना सारिਆਂ ਨੂੰ, और उस वक्त मैं सोइंग भी करदी सा उन्हां बच्चों वास्ते। अच्छा। इतनी ज़्यादा तनख्वाह नहीं सी होंदी उदों, ठीक है ना, उदों बाजारी होंदे सन कपड़े के बंदा बाजारों ले आवे। ਇਹਨਾਂ ਦੀ ਤੁਸੀਂ ਸੋਚੋ ਕਿ 5 ਭੈਣਾਂ ਦੀ ਮੈਂ ਜਿਹੜੀ ਨਿਟਿੰਗ ਹੈ ਨਾ ਸਰਦੀਆਂ 'ਚ ਕਰਦੀ ਹੁੰਦੀ ਸਾਂ जी, ਗਰਮੀਆਂ 'ਚ ਕਰਦੀ ਹੁੰਦੀ ਸਾਂ, ਤੇ ਗਰਮੀਆਂ ਦੇ ਕੱਪੜੇ ਜਿਹੜੇ ਇਹਨਾਂ ਨੇ ਇਹਨਾਂ ਦੇ ਮੈਂ ਸਰਦੀਆਂ 'ਚ ਬਣਾਉਂਦੀ ਹੁੰਦੀ ਸਾਂ। मतलब वेले किसे वक्त नहीं सी रहिंदे? ਤੇ ਫਿਰ ਇਸ ਦੇ ਨਾਲ ਲਿਖਦੀ ਵੀ ਸਾਂ बहुत। ਔਰ ਹੁਣ ਮੈਂ ਆਪ ਹੀ ਹੈਰਾਨ ਹੁੰਦੀ ਹਾਂ ਕਿ ਮੈਂ ਕਿਸ ਤਰ੍ਹਾਂ ਕਰ ਲੈਂਦੀ ਸਾਂ। ਅੱਛਾ, ਮਾਸ਼ਾਅੱਲਾ ਤੁਸੀਂ ਦੱਸਿਆ ਕਿ 5 ਬੇਟੀਆਂ ਤੇ ਇੱਕ ਤੁਸੀਂ ਮੁxtਲਿਫ ਕਿਰਦਾਰਾਂ ਨੂੰ ਤਖਲੀਕ ਵੀ ਕਰਦੇ ਸੋ, ਉਹਦੇ ਵਿੱਚ ਮਾਸ਼ਰੇ ਦੇ ਜਿਹੜੇ ਕੋਝਾਂ ਨੇ ਉਹਨਾਂ ਨੂੰ ਵੀ ਤੁਸੀਂ ਹਾਈਲਾਈਟ ਕਰਦੇ ਰਹਿੰਦੇ ਸੋ, ਤੇ ਤੁਸੀਂ ਕਦੀ ਇਸ ਚੀਜ਼ ਨੂੰ ਲੋਕਾਂ ਨੂੰ ਜ਼ਿਹਨੀ ਤੌਰ ਤੇ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਕਿ ਬੇਟੀਆਂ ਔਰ ਬੇਟਿਆਂ 'ਚ ਕੋਈ ਫਰਕ ਨਹੀਂ, ਹਾਲਾਂਕਿ ਤੁਸੀਂ ਖੁਦ ਐਕਸਪੀਰੀਅੰਸ ਕਰ ਰਹੇ ਸੋ ਕਿ ਤੁਹਾਡੇ ਬੇਟਾ ਨਹੀਂ ਸੀ ਹੈ ਔਰ ਬੇਟੀਆਂ ਹੀ ਸਨ, ਤੇ ਤੁਸੀਂ ਆਪਣੇ ਕਿਸੇ ਨਾਵਲ ਵਿੱਚ ਇਸ ਚੀਜ਼ ਨੂੰ ਹਾਈਲਾਈਟ ਕਰਨ ਦੀ ਕੋਸ਼ਿਸ਼ ਕੀਤੀ ਕਿ ਬੇਟੀਆਂ ਬੇਟਿਆਂ 'ਚ ਕੋਈ ਫਰਕ ਨਹੀਂ ਹੈਗਾ? ਨਹੀਂ, ਨਾਵਲ 'ਚ ਤਾਂ ਮੈਨੂੰ ਹੁਣ ਤਾਂ ਭੁੱਲ ਵੀ ਗਏ ਇਹਨਾਂ ਨੇ, ਨਾਵਲ ਸ਼ਾਇਦ ਕਿਤੇ ਕੀਤਾ ਵੀ ਹੋਵੇ, ਲੇਕਿਨ ਅਕਸਰ ਕਿਧਰੇ ਕੋਈ ਬੁਲਾਉਂਦੇ ਸਨ ਨਾ ਕਾਲਜਿਸ ਦੇ ਵਿੱਚ ਜਾਂ ਇਸ ਤਰ੍ਹਾਂ, ਮੈਨੂੰ ਬਹੁਤ ਜਦੋਂ ਮੈਂ ਗੁਜਰਾਂਵਾਲੇ ਰਹੀ ਹਾਂ, ਵਜ਼ੀਰਾਬਾਦ ਰਹੀ ਹਾਂ, ਲਾਹੌਰ ਵੀ ਆ ਕੇ, ਤੇ ਡਿਬੇਟਸ ਵਾਸਤੇ ਜਾਂ ਕਿਸੇ ਵਾਸਤੇ ਬਤੌਰ ਜੱਜ ਕਰਕੇ ਬੁਲਾਣਾ ਕਦੀ ਜਾਂਦੀ ਰਹੀ ਹਾਂ, ਉੱਥੇ ਮੈਂ ਅਕਸਰ ਇਹ ਗੱਲ ਕਰਦੀ ਰਹੀ ਹਾਂ। ਅੱਛਾ। ਔਰ ਵੱਡੀ ਚੀਜ਼ ਸ਼ਾਇਦ ਇਸ ਵਾਸਤੇ ਵੇ ਕਿ ਮੈਨੂੰ ਕਿਸੇ ਨੇ ਅਹਿਸਾਸ ਨਹੀਂ ਦਿਲਾਇਆ, ਨਾ ਪੇਰੈਂਟਸ ਵੱਲੋਂ ਨਾ ਸਸੁਰਾਲ ਵੱਲੋਂ। ਸਸੁਰਾਲ ਵੱਲੋਂ,
ਤੁਸੀਂ ਯਕੀਨ ਕਰੋ ਮੇਰੇ ਸਸੁਰਾਲ ਵਿੱਚੋਂ ਮੈਂ ਇੱਕ ਵਾਰੀ ਕਿਸੇ ਦੇ ਮੂੰਹੋਂ ਨਹੀਂ ਸੀ ਸੁਣਿਆ ਕਿ ਬੇਟਾ ਨਹੀਂ ਹੋਇਆ, ਜਾਂ ਮੇਰੇ ਮੀਆਂ ਨੇ ਕਦੀ ਕਿਹਾ ਹੋਵੇ ਕਿ ਬੇਟਾ ਨਹੀਂ ਹੈ। ਬਹੁਤ ਤਾਂ ਇਸ ਵਾਸਤੇ ਮੈਂ ਕੋਈ ਬਹੁਤ ਹੀ ਚੌੜ ਹੋ ਗਈ ਤੇ ਜ਼ਿਆਦਾ ਮਤਲਬ ਇਹ ਕਦੀ ਫਿਕਰ ਹੀ ਨਹੀਂ ਸੀ ਕੀਤਾ ਕਿ ਨਹੀਂ ਹੈ। ਤੁਸੀਂ ਕੀ ਸਮਝਦੇ ਹੋ ਕਿ ਅਦਬ ਜਿਹੜਾ ਤਖਲੀਕ ਕੀਤਾ ਜਾਂਦਾ ਹੈ ਉਹ ਮੁਆਸ਼ਰੇ ਦਾ ਕਿਸ ਹੱਦ ਤੱਕ ਆਕਾਸ ਹੁੰਦਾ ਹੈ, ਔਰ ਜਿਸਲੇ 50-100 ਸਾਲ ਬਾਅਦ ਤਾਰੀਖ ਜਿਸ ਵਕਤ ਲਿਖੀ ਜਾਂਦੀ ਹੈ ਅਦਬ ਤੋਂ ਕਿਸ ਕਦਰ ਮਦਦ ਲਈ ਜਾ ਸਕਦੀ ਹੈ, ਔਰ ਤੁਹਾਡੇ ਅਫਸਾਨਿਆਂ ਨੂੰ ਤੁਹਾਡੇ ਨੋਵਲਸ ਨੂੰ ਮੱਦੇਨਜ਼ਰ ਰੱਖਦੇ ਹੋਇਆਂ ਤਾਰੀਖਦਾਨ ਜਿਹੜੇ ਲਿਖਣਗੇ ਉਹ ਕਿਸ ਹੱਦ ਤੱਕ ਇਸ ਖਿੱਤੇ ਦੀ ਜਿਹੜੀ ਸਹੀ ਤਸਵੀਰ ਕਸ਼ੀ ਕਰ ਸਕਣਗੇ? ਦੇਖੋ ਜੀ, ਅਦਬ ਜਿਹੜਾ ਜਾਂ ਅਫਸਾਨਾ ਜਾਂ ਨਾਵਲ ਜਿਹੜਾ ਲਿਖਦਾ ਉਹ ਤੁਹਾਡੇ ਗਿਰਦੋ ਪੇਸ਼ ਜੋ ਕੁਝ ਹੁੰਦਾ ਤੁਸੀਂ ਉਹ ਹੀ ਲਿਖਦੇ ਹੋ, ਉਹ ਹੀ ਲਿਖ ਸਕਦੇ ਹੋ, ਔਰ ਲਿਖਣਾ ਵੀ ਉਹ ਹੀ ਚਾਹੀਦਾ ਜੀ। ਅਫਸਾਨਵੀ ਗੱਲਾਂ ਵੀ ਹੁੰਦੀਆਂ ਨੇ ਜਿਹੜੀਆਂ ਉਤੋਂ ਤੋਂ ਵੀ ਲੰਘ ਜਾਂਦੀਆਂ ਨੇ, ਉਸ ਤਰ੍ਹਾਂ ਦੇ ਵੀ ਲਿਖੇ ਹੋਏ ਨੇ ਕੁਝ ਅਫਸਾਨੇ ਮੈਂ। ਅੱਛਾ। ਲੇਕਿਨ ਨਾਵਲ ਜਿਹੜੇ ਨੇ ਮੇਰੇ ਹਰ ਇੱਕ ਕੋਈ ਨਾ ਕੋਈ ਉਹਦੇ ਪਿੱਛੇ ਮਕਸਦ ਹੈ, ਕੋਈ ਨਾ ਕੋਈ ਉਹਦਾ ਤਜਰਬਾ ਹੈ, ਉਸ ਦੇ ਉੱਤੇ ਮੈਂ ਉਸ ਨੂੰ ਲਿਖਿਆ। ਐਸੀ ਕੋਈ ਚੀਜ਼ ਨਹੀਂ ਕਿ ਮੈਂ ਇੱਕ ਫਰਜ਼ੀ ਚੀਜ਼ ਬਣਾ ਕੇ ਤੇ ਉਸ ਦੇ ਉੱਤੇ ਉੜਦੀ ਰਹੀ ਹਾਂ ਬਸ। ਅੱਛਾ। ਸ਼ੁਰੂ ਚ ਨਹੀਂ ਜਿਹੜਾ ਸੀ ਬੜਾ ਰੋਮਾਂਟਿਕ ਜਿਹਾ ਨਾਵਲ ਸੀ, ਉਹ ਜਵਾਨੀ ਦਾ ਸ਼ਾਇਦ ਵਕਤ ਹੁੰਦਾ ਉਸ ਵਕਤ ਰੋਮਾਂਸੀ ਨਜ਼ਰ ਆਉਂਦਾ ਸਹੀ। ਉਸ ਦੇ ਬਾਅਦ ਫਿਰ ਜਿਹੜੇ ਜਿਉਂ ਉਮਰ ਦੇ ਨਾਲ ਬੰਦਾ ਜ਼ਰਾ ਮੈਚੁਰ ਹੁੰਦਾ ਜਾਂਦਾ ਤੇ ਫਿਰ ਉਸ ਦੇ ਨਾਲ ਫਿਰ ਸਾਰੀਆਂ ਇਰਦ ਗਿਰਦ ਦੀਆਂ ਤਲਖੀਆਂ, ਇਰਦ ਗਿਰਦ ਦੀਆਂ ਖੁਸ਼ੀਆਂ, ਸਾਰੀਆਂ ਗਮ ਖੁਸ਼ੀਆਂ ਸਭ ਕੁਝ ਇਨਸਾਨ ਫਿਰ ਫੀਲ ਕਰਦਾ ਤੇ ਫਿਰ ਤਾਂ ਲਿਖ ਸਕਦਾ। ਤੇ ਇਸਲਾਹੀ ਅਦਬ ਤਖਲੀਕ ਕਰਨ ਵਾਸਤੇ ਤੁਹਾਨੂੰ ਕੀ ਕੀ ਚੀਜ਼ਾਂ ਦੇਖਣੀਆਂ ਪੈਂਦੀਆਂ ਨੇ? ਜਿਸ ਤਰ੍ਹਾਂ ਡਿਪਟੀ ਨਜ਼ੀਰ ਅਹਿਮਦ ਦਾ ਮਰਤਲ ਰੂਸ ਹੈ ਜਿਹੜਾ ਕਿ ਬਹੁਤ ਸਾਲ ਪਹਿਲੇ ਬੱਚੀਆਂ ਨੂੰ ਖਾਸ ਤੌਰ ਤੇ ਉਹ ਪੜਾਇਆ ਜਾਂਦਾ ਸੀ ਕਿ ਤੁਸੀਂ ਇਸ ਤਰ੍ਹਾਂ ਅਸਗਰੀ ਦੀ ਕਹਾਣੀ, ਅਕਬਰੀ ਦੀ ਕਹਾਣੀ, ਕਿ ਤੁਸੀਂ ਆਪਣੇ ਸਹੁਰੇ ਜਾਣਾ ਹੈ ਤੇ ਇਸ ਤਰ੍ਹਾਂ ਦੀ ਤੁਹਾਨੂੰ ਬਹੂ ਹੋਣਾ ਚਾਹੀਦਾ ਹੈ, ਔਰ ਇਸ ਤਰ੍ਹਾਂ ਦੀ ਤੁਹਾਨੂੰ ਪੇਕੇ ਘਰ ਧੀ ਹੋਣਾ ਚਾਹੀਦਾ ਹੈ। ਇਸ ਕਿਸਮ ਦਾ ਅਦਬ ਜਿਹੜਾ ਹੈ ਉਹ ਕਿਸ ਕਦਰ ਬੱਚੀਆਂ ਤੇ ਬੜੀ ਇੱਕ ਬੱਚੀਆਂ ਦੀ ਤਰਬੀਅਤ ਉਹਨਾਂ ਨੇ ਕੀਤੀ ਹੋਈ ਸੀ ਡਿਪਟੀ ਗੁਲਾਮ ਹਸਨ ਜੀ। ਉਹ ਸਾਡੇ ਕੋਰਸ ਵਿੱਚ ਸੀ ਇਹ ਕਿਤਾਬ ਬਿਲਕੁਲ। ਜਿਹੜੀ ਅਸਾਂ ਪੜ੍ਹੀ ਹੋਈ। ਹੂੰ। ਤਾਂ ਉਹਦੇ ਤੋਂ ਬੜਾ ਅਸਰ ਲੈਂਦਾ ਸੀ ਬੰਦਾ ਕਿ ਜਿਹੜੀ ਅੱਛੀ ਬਹੂ ਹੈ ਤੇ ਜਿਹੜੀ ਅੱਛੀ ਬੇਟੀ ਹੈ। ਅਸਗਰੀ ਤੇ ਅਕਬਰੀ ਬਿੰਦ ਨਾਮ ਵੀ ਪੁੱਛਿਆ। ਹਾਂਜੀ ਬਿਲਕੁਲ। ਦੋਨੋਂ ਦਾ ਮੁਕਾਬਲਾ ਤਕਾਬਲ ਇਸ ਤਰ੍ਹਾਂ ਕੀਤਾ ਗਿਆ ਹੈ ਕਿ ਇਨਸਾਨ ਦੇ ਜ਼ਿਹਨ ਵਿੱਚ ਉਹ ਨਕਸ਼ ਹੋ ਜਾਂਦਾ ਸੀ ਚੀਜ਼ਾਂ ਜਿਹੜੀਆਂ ਨੇ। ਲੇਕਿਨ ਅੱਜ ਹੁਣ ਇਸ ਤਰ੍ਹਾਂ ਦਾ ਜਿਹੜਾ ਨਾ ਅੱਜ ਕੱਲ ਤੇ ਮੌਜ਼ੂਆਤ ਵੀ ਬਦਲ ਗਏ ਹਨ, ਉਹ ਜ਼ਮਾਨਾ ਗਿਆ ਹੁਣ। ਜਿਸ ਤਰ੍ਹਾਂ ਹੁਣ ਅਸੀਂ ਹਰ ਵਕਤ ਪਰਦੇ 'ਚ ਰਹਿੰਦੇ ਸਾਂ, ਬੁਰਕੇ 'ਚ ਰਹਿੰਦੇ ਸਾਂ, ਹੁਣ ਅੱਜ ਕੱਲ ਤੁਸੀਂ ਦੇਖੋ ਤਾਂ ਕੀ ਅਸੀਂ ਲੋਕ ਹੀ ਬਾਹਰ ਨਿਕਲੇ ਹੋਏ ਹਾਂ। ਸਹੀ। ਬਦਲਿਆ ਨਾ ਜ਼ਮਾਨਾ, ਬਹੁਤ ਬਦਲਿਆ। ਲੇਕਿਨ ਇਸ ਬਦਲੇ ਜ਼ਮਾਨੇ ਦੇ ਬਾਵਜੂਦ ਵੀ ਅੱਜ ਵੀ ਅੱਛੀ ਬਹੂ ਦੀ ਜ਼ਰੂਰਤ ਹੈ। ਇਖਲਾਕੀ ਕਦਰਾਂ ਜਿਹੜੀਆਂ ਨਾ ਉਹ ਨਹੀਂ ਨਾ ਬਦਲੀਆਂ, ਉਹ ਤੇ ਸਾਨੂੰ 1400-1500 ਸਾਲ ਪਹਿਲੇ ਦਿੱਤੀਆਂ ਗਈਆਂ ਨੇ ਇਖਲਾਕੀ ਕਦਰਾਂ ਜਿਹੜੀਆਂ। ਜਦੋਂ ਕਿ ਅੱਜ ਅਸੀਂ ਵੇਖਦੇ ਹਾਂ ਤੇ ਮੁxtਲਿਫ ਡਰਾਮੇ ਮੁxtਲਿਫ ਚੈਨਲਸ ਦੇ ਦੇਖਦੇ ਹਾਂ ਤੇ ਉਹਦੇ ਵਿੱਚ ਸਾਨੂੰ ਬਹੂ ਵੀ ਹੋਰ ਤਰ੍ਹਾਂ ਦੀ ਨਜ਼ਰ ਆਉਂਦੀ ਹੈ ਜਿਹੜੀ ਕਿ ਦੇਖਦੀ ਨਹੀਂ ਹੈ ਇਹੋ ਜਿਹੇ ਡਰਾਮੇ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਡਰਾਮੇ। ਲੇਕਿਨ ਹੁਣ ਅਸੀਂ ਆਪਣੇ ਬੱਚੇ ਬੱਚੀਆਂ ਨੂੰ ਕਿਸ ਤਰ੍ਹਾਂ ਉਹ ਚੀਜ਼ਾਂ ਸਾਰੀਆਂ ਦੱਸ ਸਕਨੇ ਆ ਕਿ ਅਖਲਾਕੀਆਤ, ਅਕਦਾਰ ਜਿਹੜੀਆਂ ਨੇ, ਰਵਾਇਤ ਉਹਨਾਂ ਤੱਕ ਕਿਸ ਤਰ੍ਹਾਂ ਪਹੁੰਚਾਈਆਂ ਜਾ ਸਕਦੀਆਂ? ਦੱਸਣਾ ਪੈਂਦਾ ਵੇ ਜਾਂ ਦੱਸਿਆ ਜਾਂਦਾ। ਮੈਂ ਤੇ ਆਪਣੀਆਂ ਬੱਚੀਆਂ ਨੂੰ ਲੈ ਕੇ ਸਾਰੀਆਂ ਨੂੰ ਇਕੱਠੀਆਂ ਕਰਕੇ ਕਹਾਣੀ ਦੇ ਰੂਪ ਵਿੱਚ ਬਣਾ ਕੇ ਇਹ ਚੀਜ਼ਾਂ ਦੱਸਦੀ ਰਹੀ ਹਾਂ, ਔਰ ਅਲਹਮਦੁਲਿਲਾ ਕਿ ਮੇਰੀਆਂ 5 ਦੀਆਂ 5 ਬੇਟੀਆਂ ਆਪਣੇ ਘਰਾਂ 'ਚ ਬੜੀਆਂ ਕੀ ਤਾਰੀਫ ਆਪੀ ਕੀ ਬੰਦਾ ਕਰੇ ਕਿ ਲੋਕ ਤਾਰੀਫ ਕਰਦੇ ਨੇ ਬੱਚਿਆਂ ਦੀ ਕਿ ਕਿਸ ਤਰ੍ਹਾਂ ਇਹਨਾਂ ਨੇ ਸਸੁਰਾਲ ਵਿੱਚ ਗੁਜ਼ਾਰਾ, ਜਿਸ ਤਰ੍ਹਾਂ ਨੇ ਵੀ ਸਸੁਰਾਲ ਮਿਲੇ ਨੇ ਗੁਜ਼ਾਰਾ ਕੀਤਾ ਹੈ, ਖਾਨਦਾਨ ਨਾਲ ਗੁਜ਼ਾਰਾ ਕੀਤਾ ਹੈ। ਅੱਜ ਅੱਲਾ ਦੇ ਮਾਸ਼ਾਅੱਲਾ ਸਾਰੀਆਂ ਆਪਣੇ ਘਰਾਂ 'ਚ ਠੀਕ ਠਾਕ ਹਨ। ਤੇ ਇਸ ਤਰ੍ਹਾਂ ਹੀ ਅਗਰ ਕੋਈ ਅੱਛੀ ਚੀਜ਼ ਪੜ੍ਹਦਾ ਹੈ ਜਾਂ ਕੁਝ ਅੱਛੀ ਚੀਜ਼ ਲਿਖੀ ਜਾਂਦੀ ਹੈ ਤੇ ਉਸ ਦੇ ਨਾਲ ਇਸਲਾਹ ਹੋਣੀ ਜ਼ਰੂਰੀ ਹੁੰਦੀ। ਤੇ ਤੁਸੀਂ ਕਿੱਥੋਂ ਇਹ ਸਾਰੀਆਂ ਚੀਜ਼ਾਂ ਲੈਂਦੇ ਹੋ? ਤੁਹਾਡਾ ਸੋਰਸ ਆਫ ਇਨਸਪੀਰੇਸ਼ਨ ਕੀ ਸੀ? इर्द गिर्द सारा खानदान, दूसरे मिलने जुलने वाले या ਦੁਨੀਆ 'ਚ ਕੀ ਪਿਆ ਹੁੰਦਾ ਹੈ, ਅਖਬਾਰ ਹੁੰਦੀ ਸੀ ਉਹਦੇ 'ਚ ਪੜਿਆ ਕੋਈ ਵਾਕਿਆ। ਲੇਕਿਨ ਫਿਰ ਇਰਦ ਗਿਰਦ ਦੇ ਮਾਮਲਾਤ ਤੇ ਸਭ ਅੱਛਾ ਵੀ ਹੋ ਰਿਹਾ ਹੁੰਦਾ ਤੇ ਬੁਰਾ ਵੀ ਹੋ ਰਿਹਾ ਹੁੰਦਾ ਹੈ। ਤੇ ਇਹਦਾ ਮਤਲਬ ਇਹ ਕਿ ਤੁਹਾਡੀ ਫਿਰ ਅਪਰੋਚ ਪੋਜ਼ਿਟਿਵ ਹੋਣੀ ਚਾਹੀਦੀ ਹੈ। ਤੁਸੀਂ ਅੱਛੀਆਂ ਚੀਜ਼ਾਂ ਨੂੰ ਆਬਜ਼ਰਵ ਕਰੋ। ਚੀਜ਼ਾਂ ਵੀ ਹੋ ਕੇ ਉਸ ਦਾ ਨਾਲ ਇਨਸਾਨ ਫਿਰ ਅੰਜਾਮ ਕੱਢਦਾ ਨਾ, ਬੁਰੀ ਦਾ ਅੰਜਾਮ ਕੀ ਹੈ। ਠੀਕ। ਮੇਰੇ ਤੇ ਹਰ ਅਫਸਾਨੇ 'ਚ, ਬਲਕਿ ਮੈਂ ਕਹਾਂਗੀ ਕਿ ਮੇਰੇ ਨਾਵਲਾਂ ਸੀ ਜ਼ਿਆਦਾ ਜਿਹੜੇ ਨਾ ਮੇਰੇ ਅਫਸਾਨੇ ਜਿਹੜੇ ਸਨ ਨਾ ਉਹ ਹਕੀਕਤ ਦੇ ਕਰੀਬ ਸਨ ਜੀ। ਨਾਵਲਾਂ 'ਚ ਫਿਰ ਰੋਮਾਂਸ ਆ ਜਾਂਦਾ ਹੈ, ਕੁਝ ਉਸ ਤਰ੍ਹਾਂ ਮਤਲਬ ਲਿਖਦਾ ਬੰਦਾ ਰੋਮਾਂਟਿਕ ਹੋ ਜਾਂਦਾ। ਔਰ ਨਾਵਲ ਵੀ ਤੁਹਾਡੇ ਮਾਸ਼ਾਅੱਲਾ ਥੋੜੇ ਨਹੀਂ 51 ਖਿਆਲ ਹੈ ਕਿ ਨਾਵਲ ਨੇ ਤੇ 350 ਅਫਸਾਨਾ ਮਾਸ਼ਾਅੱਲਾ, ਔਰ ਉਹ ਵੀ ਹੋਏ ਜਿਹੜਾ ਕਿ ਸਾਹਮਣੇ ਆ ਗਿਆ, ਜਿਹੜਾ ਕਿ ਪਬਲਿਸ਼ ਨਹੀਂ ਹੋ ਸਕਿਆ, ਪ੍ਰਿੰਟ ਨਹੀਂ ਹੋ ਸਕਿਆ, ਉਹ ਇਸ ਤੋਂ ਇਲਾਵਾ ਨੇ 350 ਤੋਂ ਅਫਸਾਨਿਆਂ ਤੋਂ।
ਉਹ ਤੇ ਪਤਾ ਨਹੀਂ, ਬਸ ਉਹ ਆਪਣੀ ਲਾਪਰਵਾਹੀ ਨਾਲ ਕਦੀ ਅਖਬਾਰ ਹੀ ਛਪਦੇ ਸੀ ਨਾ, ਨਵਾਂ ਵਕਤ ਹੀ ਛਪਦੇ ਰਹੇ ਮੇਰੇ ਸ਼ੁਰੂ ਤੋਂ ਸਾਰੇ ਸਾਰੇ। ਅੱਛਾ ਉਹ ਕਿਸੇ ਵਕਤ ਕੱਢ ਕੇ ਸੰਭਾਲ ਲਿੱਤਾ, ਕਿਸੇ ਵਕਤ ਬੱਚਿਆਂ ਨੇ ਫਾੜ ਫੂੜ ਛੜਿਆ, ਇਸ ਤਰ੍ਹਾਂ ਵੀ ਹੋਇਆ। ਬਹੁਤ ਅਫਸਾਨੇ ਮੇਰੇ ਜ਼ਾਇਆ ਜਿਨ੍ਹਾਂ ਦਾ ਮੈਨੂੰ ਬੜਾ ਅਫਸੋਸ ਹੈ। ਅੱਛਾ ਮੇਰਾ ਅਫਸਾਨਾ ਕੋਈ ਵੀ ਤੁਸੀਂ ਕੱਢ ਕੇ ਪੜੋਗੇ ਨਾ, ਹੁਣ ਛਪੇ ਨੇ ਉਹਨਾਂ ਦੇ ਵਿੱਚ ਕਿਤਾਬੀ ਸੂਰਤ ਹੀ ਛਾਪੇ ਨੇ, ਤੇ ਸਾਰਿਆਂ 'ਚ ਤੁਹਾਨੂੰ ਇਖਲਾਕੀ ਝਲਕ ਵਿੱਚ ਨਜ਼ਰ ਆਏਗੀ ਕਿ ਕੋਈ बुरी बुराई की है, अच्छाई की है, अफसाने ने ਤੁਹਾਨੂੰ ਸਾਰੀ ਨਜ਼ਰ ਆਏਗੀ ਉਸ ਤੇ। ਅੱਛਾ ਵਿਛੜੇ ਲਮਹੇ ਤੁਹਾਡੀ ਆਟੋਬਾਇਓਗ੍ਰਾਫੀ ਜੀ ਬਹੁਤ ਪਪੂਲਰ ਹੋਈ, ਲੋਕਾਂ ਨੇ ਬਹੁਤ ਪੜ੍ਹੀ ਔਰ ਸਿਲਸਿਲਾਵਾਰ ਛਪੀ ਵੀ ਹੋ ਜੀ। ਇੱਕ ਕੀ ਖਿਆਲ ਸੀ ਕਿ ਮਤਲਬ ਤੁਹਾਨੂੰ ਹੁਣ ਇਸ ਪਾਸੇ ਆ ਜਾਣਾ ਚਾਹੀਦਾ ਹੈ, ਨੋਵਲ ਔਰ ਅਫਸਾਨਿਆਂ ਨੂੰ ਸਾਈਡ ਤੇ ਰੱਖ ਕੇ ਆਟੋਬਾਇਓਗ੍ਰਾਫੀ ਲਿਖਣੀ ਚਾਹੀਦੀ? ਬਸ ਜੋ ਜ਼ੇਨ ਮੈਂ ਤੁਹਾਨੂੰ ਦੱਸਿਆ, ਮੇਰੀ ਜ਼ੇਨ ਵਿੱਚ ਜੋ ਚੀਜ਼ ਆ ਜਾਂਦੀ ਸੀ ਬਸ ਉਸੇ ਦੇ ਉੱਤੇ ਮੈਂ ਕੰਮ ਕਰਦੀ ਰਹਿੰਦੀ ਸੀ। ਮੇਰਾ ਜ਼ੇਨ ਕੰਮ ਕਰਦਾ ਰਹਿੰਦਾ ਹੁੰਦਾ ਸੀ, ਚਾਹੇ ਉਹਦੇ 6 ਮਹੀਨੇ ਲੱਗ ਜਾਣ, ਸਾਲ ਲੱਗ ਜਾਏ। ਕਈ ਚੀਜ਼ਾਂ ਸਨ ਜਿਹਦੇ 'ਚ ਇਸ ਤਰ੍ਹਾਂ ਸੋਚਦੇ ਹੀ ਸਾਲ ਲੱਗ ਗਿਆ, ਲਿਖਣਾ ਤਾਂ ਇੱਕ ਪਾਸੇ ਰਹਿ ਗਿਆ। ਹਾਂ ਤੇ ਇਸ ਤਰ੍ਹਾਂ ਫਿਰ ਮੈਂ ਆਪਣੀ ਆਟੋਬਾਇਓਗ੍ਰਾਫੀ ਲਿਖੀ। ਮੈਂ ਕਿਹਾ ਕਿਉਂ ਨਾ ਇੱਕ ਵੀ ਇੱਕ ਰਿਕਾਰਡ ਹੋ ਜਾਏ ਮੇਰਾ ਖਾਨਦਾਨ ਦਾ ਤੇ ਮੇਰਾ ਮਾਸ਼ਾਅੱਲਾ। ਸਾਰਾ। ਸ਼ੁਰੂ ਅਸੀਂ ਮੈਂ ਓਰੀਜਨ ਆਪਣਾ ਕਸ਼ਮੀਰ ਤੋਂ ਸ਼ੁਰੂ ਕੀਤਾ ਸੀ, ਅਸੀਂ ਕਸ਼ਮੀਰੀ ਹਾਂ ਜੀ। तो कश्मीर तो किस तरह निकले सन, किस तरह फिर वो मैं अपने तायाजात सन मेरे बड़े उन्होंने कोल सन किताबां कश्मीर के मतलब। एक MD फॉक शायद नाम सुने हुए, बड़े मशहूर राइटर सन, उन्होंने कश्मीरिया की हिस्ट्री लिखी थी। फिर बहुत सारिया किताबां पढ़िया। पिछला तो मैंने नहीं सी ना पता कश्मीर चो किस तरह निकले तो किस तरह आए तो किस तरह वो फिर मैं सारा काट पुट के तो फिर उस तरह उसके उत्ते आई। फिर असी किस तरह शुरू हुए। अच्छा फिर अपने बचपन तो लिया कि मैं अपनी जो शरारतां भी सन, जो मां भी किधर खा दिया बड़ी भैन को। अम्मी साढ़े खुदा बख्श एक बिल्कुल कुछ नहीं सन कहते होंदे, खामोश होंदे सन। बड़ी भैन बड़ी सख्त। अच्छा हस्बैंड का किस कदर तावन रहा? बहुत ज़्यादा। मैं कहनी हस्बैंड का तावन ना होता तो मैं लिख ही ना सकती। लेकिन एक उन्होंने आदत सी, चाहे बुरी कह लो अच्छी कह लो, कार कहने सन मैं हुआ तो ना लिखा कर। कई दफ़ा मेरा सफ़ा लिखा है फाड़ छोड़ दियो ना। अच्छा जिस दिन छुट्टी है इतवार को मैं नहीं लिखना, जल्दी जिसे कतागन पिछले वक्त नहीं लिखना। मेरे लिखने का टाइम ये होंदा सी, कहंदे सन मैं जाना दफ्तर 2 बजे 2:30 बजे आना, उस वक्त तक जितना मर्जी लिखे ते ਉਹ ਟਾਈਮ ਤੇ ਘਰ ਦੀ ਪੀਕ ਮਸਰੂਫੀਅਤ ਦਾ ਸਾਰੀਆਂ ਮਸਰੂਫੀਅਤਾਂ ਵੀ ਉੱਥੇ ਕੰਮ ਵਾਲੀਆਂ ਵੀ ਖੈਰ ਮਿਲ ਗਈਆਂ ਸਨ ਬਤੇਰੀਆਂ ਲਾਹੌਰ ਤੋਂ। ਮੈਂ ਉਦੋਂ ਜਦੋਂ ਤੇ ਮੈਂ ਮਤਲਬ ਇਹ ਕਹਿੰਦੇ ਹੁੰਦੇ ਮਤਲਬ ਉਹਨਾਂ ਦੀ ਖਾਹਿਸ਼ ਦੇ ਮੁਤਾਬਿਕ ਉਸੇ ਟਾਈਮਿੰਗਸ 'ਚ ਤੁਸੀਂ ਲਿਖਣੇ ਦੀ ਕੋਸ਼ਿਸ਼ ਕਰਦੇ ਇਸੇ ਸੋ। ਵਾਸਤੇ ਬੜੀ ਸਾਡੀ ਕਾਮਯਾਬ ਜ਼ਿੰਦਗੀ ਖੁਦਾ ਬਖਸ਼ੇ ਉਹਨਾਂ ਨੂੰ 11 ਸਾਲ ਹੋ ਗਏ ਨੇ, ਫੌਤ ਹੋ ਗਏ ਨੇ। ਬਹੁਤ ਅੱਛੀ ਜ਼ਿੰਦਗੀ ਗੁਜ਼ਰੀ ਸੀ। ਅੱਗੋਂ ਬੱਚਿਆਂ ਨੂੰ ਵੀ ਆਪਣਿਆਂ ਨੂੰ ਇਹੀ ਤਲਕੀਨ, ਜਾਂ ਉਹਨਾਂ ਨੇ ਦੇਖਿਆ ਘਰ ਜੋ ਕੁਝ ਦੇਖਿਆ ਸੀ, ਕਿਸੇ ਗੱਲ ਦੇ ਉੱਤੇ ਬੇਜਾ ਗੱਲ ਦੇ ਉੱਤੇ ਕਦੀ ਜ਼ਿੱਦ ਨਹੀਂ ਸੀ ਕਿ ਇਹ ਹੀ ਕਰਨਾ ਤੇ ਇੱਥੇ ਹੀ ਜਾਣਾ ਤੇ ਇੱਥੇ ਨਹੀਂ ਜਾਣਾ ਜੀ। ਬਸ ਮੀਆਂ ਬੀਵੀ ਦੀ ਮਿਊਚੁਅਲ ਅੰਡਰਸਟੈਂਡਿੰਗ ਹੋਵੇ ਤਾਂ ਵਕਤ ਬਹੁਤ ਅੱਛਾ ਗੁਜ਼ਰਦਾ। ਤੁਹਾਡੇ ਜਿਹੜੇ ਕਦੀ ਨੇ ਲੜਾਈ ਵੀ ਹੋ ਜਾਂਦੀ ਹੁੰਦੀ ਸੀ। ਅੱਛਾ ਖਾਸਾ ਲਿਖੜੇ ਨਾ ਉੱਤੇ ਮੈਨੂੰ ਗੁੱਸਾ ਚੜਦਾ ਸੀ, ਲਿਖਿਆ ਮੇਰਾ ਸਫਾ ਫੜ ਛੱਡ। ਅੱਛਾ ਫਿਰ ਗੁੱਸੇ ਵਿੱਚ ਕਿਸ ਕਿਸਮ ਦੀ ਤਖਲੀਕ ਹੁੰਦੀ ਸੀ ਤੁਹਾਡੀ? ਤੁਸੀਂ ਕਿਸ ਤਰ੍ਹਾਂ ਲਿਖਦੇ ਸੋ? ਫਿਰ ਗੁੱਸੇ 'ਚ ਜਿਹੜਾ ਤੁਸੀਂ ਲਿਖਦੇ ਸੋ ਨਹੀਂ ਉਹ ਫਿਰ ਉਤਰ ਵੀ ਜਾਂਦਾ ਸੀ। ਐਡਾ ਮੇਰਾ ਗੁੱਸਾ ਨਾ ਬੱਚਿਆਂ ਤੇ ਐਡਾ ਲੰਬਾ ਹੁੰਦਾ, ਨਾ ਕਿਸੇ ਹੋਰ ਤੇ ਹੁੰਦਾ, ਨਾ ਕਿਸੇ ਦੋਸਤ ਤੇ, ਨਾਲ ਕਿਸੇ ਨਾਲ ਮੇਰੇ ਤੇ ਗੁੱਸਾ ਆਉਂਦਾ ਹੀ ਨਹੀਂਗਾ ਮੈਨੂੰ। ਹਾਂ ਅੱਛਾ ਤੁਹਾਡੇ ਜਿਹੜੇ ਮੁਖਤਲਿਫ ਅਫਸਾਨੇ ਨੇ ਉਹਨਾਂ ਦੀ ਡਰਾਮਾਈ ਤਸ਼ਕੀਲ ਵੀ ਹੋਈ, ਤੁਹਾਡੇ ਨੋਵਲਸ ਦੀ ਵੀ ਹੋਈ, ਤੁਹਾਡੇ ਨੋਵਲਸ ਤੇ ਫਿਲਮਾਂ ਵੀ ਬਣੀਆਂ ਔਰ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਬੇਤਹਾਸ਼ਾ ਕਾਮਯਾਬ ਸਾਨੂੰ ਨਜ਼ਰ ਆਈਆਂ। ਲੋਕ ਕਹਿੰਦੇ ਨੇ ਕਿ ਹਰ ਅਫਸਾਨਾ ਨਿਗਾਰ ਦੇ, ਹਰ ਨੋਵਲ ਨਿਗਾਰ ਦੇ ਜਿਹੜੇ ਤਖਲੀਕਾਤ ਨੇ ਉਹਨਾਂ ਦੀ ਡਰਾਮਾਈ ਤਸ਼ਕੀਲ ਨਹੀਂ ਕੀਤੀ ਜਾ ਸਕਦੀ। ਚੰਦ ਲੋਕ ਹੁੰਦੇ ਨੇ ਕਿ ਉਹ ਬਹੁਤ ਆਸਾਨੀ ਹੁੰਦੀ ਹੈ, ਬੜੀ ਫੇਵਰ ਮਿਲ ਜਾਂਦੀ ਹੈ। ਤੁਹਾਡੇ ਡਰਾਮਿਆਂ 'ਚ, ਤੁਹਾਡੇ ਨੋਵਲਸ ਵਿੱਚ ਕੀ ਖਾਸ ਚੀਜ਼ ਹੁੰਦੀ ਸੀ ਕਿ ਲੋਕਾਂ ਨੂੰ ਅਪੀਲ ਕਰਦੀ ਸੀ ਔਰ ਆਸਾਨ ਡਰਾਮਾਈ ਤਸ਼ਕੀਲ ਹੋ ਜਾਂਦੀ ਸੀ? ਇਸ ਤਰ੍ਹਾਂ ਕਿ ਮੇਰੇ ਨਾਵਲ ਵੀ ਆਸਾਨ ਹੀ ਹੁੰਦੇ ਹੋਣੇ। ਮੇਰੇ ਨਾਵਲ ਜਿਹੜੇ ਨੇ ਨਾਹੀਦ ਔਰ ਨਾਇਲਾ ਜਿਹੜੀਆਂ ਨਾ, ਸਾਇਕਾ ਔਰ ਨਾਇਲਾ ਜੀ। ਨਾਇਲਾ ਤੇ ਇਤਨੀ ਸੁਪਰ ਹਿੱਟ ਹੋਈ ਸੀ, ਸਾਇਕਾ ਵੀ ਉਸ ਤਰ੍ਹਾਂ ਸੀ। ਤੁਸੀਂ ਸੋਚੋ ਪਿਸ਼ਾਵਰ ਵਿੱਚ ਉਰਦੂ ਦੀ ਫਿਲਮ ਉਹਨਾਂ ਜ਼ਮਾਨਿਆਂ ਦੇ ਵਿੱਚ ਕੋਈ 2 ਹਫ਼ਤੇ ਸੀ ਜਾਂ ਹਫ਼ਤੇ ਸੀ, ਜ਼ਿਆਦਾ ਨਹੀਂ ਸੀ ਚੱਲਦੀ ਹੁੰਦੀ, ਤੇ ਇਹ 29 ਹਫ਼ਤੇ ਚੱਲੀ ਸੀ, ਰਿਕਾਰਡ ਸੀ। 30 ਹਫ਼ਤੇ
ਆਗਾ ਜੀਏ ਗੁਲ ਨੇ ਬਣਾਈ ਸੀ, ਖੁਦ ਵੀ ਪਿਸ਼ਾਵਰ ਦੇ ਸਨ ਉਹਨਾਂ ਨੇ ਦੀ ਤੇ 29 ਹਫ਼ਤੇ ਮੁਸਲਸਲ ਚਲੀ ਔਰ ਫਿਰ ਵੀ ਲੋਕਾਂ ਦਾ ਇਸਰਾਰ ਸੀ ਕਿ ਫਿਰ ਆਵੇ। ਥੋੜੀ ਦੇਰ ਬਾਅਦ ਫਿਰ ਲੱਗੀ ਸੀ, ਲੇਕਿਨ ਮੁਸਲਸਲ 29 ਬਹੁਤ ਖੂਬ। ਇੰਨੇ ਥੋੜੇ ਵਕਤ ਵਿੱਚ ਅਸੀਂ ਇੰਨੀਆਂ ਜ਼ਬਰਦਸਤ ਗੱਲਾਂ ਕਰ ਸਕੇ, ਲੇਕਿਨ ਮੈਨੂੰ ਬੜਾ ਅਫਸੋਸ ਹੈ ਕਿ ਬਹੁਤ ਜ਼ਿਆਦਾ ਗੱਲਾਂ ਜਿਹੜੀਆਂ ਮੈਂ ਸੋਚ ਕੇ ਆਈ ਸੀ ਕਿ ਤੁਹਾਡੇ ਨਾਲ ਕਰ ਲਾਂ, ਵਕਤ ਦੀ ਕਮੀ ਦੀ ਵਜ੍ਹਾ ਨਾਲ ਉਹ ਨਹੀਂ ਕਰ ਸਕੀ। ਫਿਰ ਵੀ ਬਹੁਤ ਸ਼ੁਕਰੀਆ, ਤੁਸੀਂ ਆਪਣੀ ਇੰਨੀ ਮਸਰੂਫੀਅਤ ਬੜੀ ਵਿੱਚੋਂ ਮਿਹਰਬਾਨੀ ਜੀ, ਆਪਣਾ ਵਕਤ ਦਿੱਤਾ। ਤਕਲੀਫ ਕੀਤੀ ਹੈ ਘਰ ਆਣੇ ਦੀ ਔਰ ਇੰਟਰਵਿਊ ਕਰਨ ਦੀ ਔਰ ਤੁਹਾਨੂੰ ਮਿਲਣੇ ਦੀ, ਸਭ ਨੂੰ ਇਹਨਾਂ ਬੱਚਿਆਂ ਨੂੰ ਵੀ ਮਿਲਣੇ ਦੀ ਬੜੀ ਖੁਸ਼ੀ ਹੋਈ ਹੈ। ਬਹੁਤ ਸ਼ੁਕਰੀਆ, ਖੁਸ਼ ਰੱਖੇ ਤੁਹਾਨੂੰ ਸਭ ਨੂੰ, ਆਮੀਨ। ਔਰ ਇਸੇ ਤਰ੍ਹਾਂ ਹੀ ਪ੍ਰੋਗਰਾਮ ਦਾ ਸਿਲਸਿਲਾ ਅੱਗੇ ਜੋੜੀ ਰੱਖਾਂਗੇ। ਇਸ ਵੇਲੇ ਸਾਨੂੰ ਇਜਾਜ਼ਤ ਦਿਓ, ਅੱਲਾ ਹਾਫਿਜ਼।